ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਸਰਦਾਰ ਬਘੇਲ ਸਿੰਘ ਕਿਤਾਬ ਦਾ ਅਧਿਆਇ 3। ਦਲ ਖਾਲਸਾ ਅਤੇ ਸਿੱਖ ਮਿਸਲਾਂ। 18ਵੀਂ ਸਦੀ ਵਿੱਚ ਦਲ ਖਾਲਸਾ ਸਿੱਖ ਕੌਮ ਦੀ ਬਹੁਤ ਹੀ ਅਜਬ, ਗਜਬ ਅਤੇ ਹਰਿਆਵਲ ਜਥੇਬੰਦੀ ਹੋਂਦ ਵਿੱਚ ਆਈ। 1734 ਈਸਵੀ ਵਿੱਚ ਮੁਗਲ ਹਕੂਮਤ ਨੇ ਸਰਦਾਰ ਕਪੂਰ ਸਿੰਘ ਨੂੰ ਨਵਾਬੀ ਦਾ ਖਿਤਾਬ ਬਖਸ਼ਿਆ ਸੀ। ਇਸ ਖਿਤਾਬ ਦਾ ਮੁੱਖ ਮਕਸਦ ਸੀ ਸਿੱਖਾਂ ਨੂੰ ਆਪਣੇ ਅਧੀਨ ਕਰਨਾ, ਪਰ ਪੰਥ ਦੇ ਸਰਦਾਰਾਂ ਨੇ ਕਪੂਰ ਸਿੰਘ ਨੂੰ ਇਹ ਆਖ ਦਿੱਤਾ ਸੀ ਕਿ ਤੂੰ ਪੰਥ ਅੱਗੇ ਜਵਾਬਦੇਹ ਹੈ, ਹਕੂਮਤ ਅੱਗੇ ਨਹੀਂ। ਇਸ ਖਿਤਾਬ ਅਤੇ ਜਾਗੀਰ ਨਾਲ ਭਾਵੇਂ ਪੰਥ ਨੂੰ ਕੋਈ ਫਾਇਦਾ ਨਹੀਂ ਸੀ ਹੋਇਆ, ਪਰ ਜਾਂਬਾਜ਼, ਦਿਲਦਾਰ, ਹਿੰਮਤੀ ਅਤੇ ਦੂਰਦ੍ਰਿਸ਼ਟੀ ਦੇ ਮਾਲਕ ਕਪੂਰ ਸਿੰਘ ਨੇ ਇਸ ਅਮਨ ਅਮਾਨ ਦੇ ਸਮੇਂ ਅੰਦਰ ਪੰਥ ਦੀ ਨਿਰੋਲ ਸ਼ਕਤੀ ਨੂੰ 2 ਭਾਗਾਂ ਵਿੱਚ ਜਥੇਬੰਦ ਕਰ ਦਿੱਤਾ। ਇੱਕ ਨੂੰ ਬੁੱਢਾ ਦਲ ਅਤੇ ਦੂਜੀ ਜਥੇਬੰਦੀ ਨੂੰ ਤਰਨਾ ਦਲ ਦਾ ਨਾਮ ਦਿੱਤਾ। ਬੁੱਢਾ ਦਲ, ਜਿਸ ਅੰਦਰ ਲੰਮੇਰੀ ਉਮਰ ਦੇ ਸਿੰਘ ਸਨ, ਨੂੰ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਸੌਂਪਿਆ, ਅਤੇ ਤਰਨਾ ਦਲ, ਜਿਸ ਵਿੱਚ 40 ਸਾਲ ਤੋਂ ਘੱਟ ਉਮਰ ਵਾਲੇ ਸਿੰਘ ਰੱਖੇ, ਨੂੰ ਮੁਗਲਾਂ ਨਾਲ ਟੱਕਰ ਲੈਣ ਅਤੇ ਉਹਨਾਂ ਦਾ ਲੁੱਟਿਆ ਮਾਲ ਧਨ ਸ਼੍ਰੀ ਅਕਾਲ ਤਖਤ ਦੀ ਭੇਟ ਕਰਨ ਲਈ ਹੁਕਮ ਦਿੱਤਾ। ਦੋਹਾਂ ਜਥੇਬੰਦੀਆਂ ਦਾ ਮੁਖੀਆ ਭਾਈ ਕਪੂਰ ਸਿੰਘ ਹੀ ਸੀ। ਕਪੂਰ ਸਿੰਘ ਦੀ ਇਸ ਵਿਉਂਤਬੰਦੀ ਨੂੰ ਸੁਣ ਅਤੇ ਪੰਥਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਨੌਜਵਾਨ ਬਲਦਾਂ ਦੇ ਗਲੋਂ ਪੰਜਾਲੀਆਂ ਲਾ ਕੇ, ਹਲਾਂ ਦੇ ਮੁੰਨੇ ਛੱਡ ਕੇ ਅਤੇ ਘਰਾਂ ਦੇ ਪਰਿਵਾਰ ਤੇ ਆ ਕੇ ਸ਼ਸਤਰਧਾਰੀ ਹੋ ਤਰਨਾ ਦਲ ਵਿੱਚ ਧੜਾ-ਧੜ ਸ਼ਾਮਲ ਹੋ ਗਏ। ਇਸ ਵੱਡੀ ਗਿਣਤੀ ਨੂੰ ਤੱਕ ਕਪੂਰ ਸਿੰਘ ਨੇ ਤਰਨਾ ਦਲ ਦੇ 5 ਜਥੇ ਬਣਾ ਦਿੱਤੇ। ਇੱਕ ਦਾ ਮੋਹਰੀ ਬਾਬਾ ਦੀਪ ਸਿੰਘ, ਦੂਜੇ ਦਾ ਕਰਨ ਸਿੰਘ ਤੇ ਧਰਮ ਸਿੰਘ ਅੰਮ੍ਰਿਤਸਰ ਵਾਲੇ, ਤੀਜੇ ਦਾ ਕਾਹਨ ਸਿੰਘ ਤੇ ਵਿਨੋਦ ਸਿੰਘ ਤ੍ਰਿਹਣ, ਚੌਥੇ ਦਾ ਦਸੌਦਾ ਸਿੰਘ ਕੋਟ ਬੁੱਢੇਵਾਲ ਅਤੇ ਪੰਜਵੇਂ ਦਾ ਵੀਰ ਸਿੰਘ ਜੀਵਨ ਸਿੰਘ ਮਜਬੀ ਸਿੰਘ ਨੂੰ ਬਣਾਇਆ। ਪੰਜਾਂ ਨੂੰ ਕਰਮਵਾਰ ਰਾਮਸਰ, ਬਿਬੇਕਸਰ, ਲਛਮਣਸਰ, ਕੌਲਸਰ ਅਤੇ ਸੰਤੋਖਸਰ ਡੇਰੇ ਸੰਭਾਲੇ। ਇਹਨਾਂ 5 ਜਥਿਆਂ ਨੇ ਨਾਦਰ ਸ਼ਾਹ ਦਾ ਅਸਲਾ ਅਤੇ ਖਜ਼ਾਨਾ ਲੁੱਟਿਆ। ਨਾਦਰ ਨੇ ਜ਼ਕਰੀਏ ਨੂੰ ਸਿੱਖਾਂ ਤੇ ਵਧੇਰੇ ਤਕੜਾਈ ਕਰਨ ਲਈ ਕਿਹਾ ਅਤੇ ਇਹ ਸ਼ਬਦ ਵੀ ਆਖੇ, ਇਹ ਸਿੱਖ ਕਿਸੇ ਦਿਨ ਇਸ ਧਰਤੀ ਦੇ ਹਾਕਮ ਹੋਣਗੇ। ਡਾਕਟਰ ਹਰੀ ਰਾਮ ਗੁਪਤਾ ਹਿਸਟਰੀ ਆਫ ਦੀ ਸਿੱਖਸ ਜਿਲਦ 1 ਵਿੱਚ ਲਿਖਦੇ ਹਨ ਕਿ ਇਹ ਜਥੇ ਕੇਵਲ ਧਾਰਮਿਕ ਵਿਸ਼ਵਾਸ ਕਰਕੇ ਹੀ ਇਕੱਠੇ ਨਹੀਂ ਸਨ, ਸਗੋਂ ਸਵੈ ਰੱਖਿਆ ਲਈ ਮੁਹਿੰਮਾਂ ਤੇ ਜਾਣ, ਜਰਵਾਣਿਆਂ ਦੇ ਦੰਦ ਖੱਟੇ ਕਰਨ ਅਤੇ ਪਰਜਾ ਦੀ ਰਖਵਾਲੀ ਦੇ ਮੁੱਦਈ ਸਨ। ਇਸ ਜਥੇਬੰਦੀ ਨੂੰ ਬਹੁਤ ਹੀ ਸਰੜੀ, ਸਾਹਸੀ, ਬਹਾਦਰ ਅਤੇ ਯੋਗ ਅਗਵਾਈ ਵਾਲੇ ਆਗੂ ਪੈਦਾ ਕੀਤੇ। ਇਹਨਾਂ ਨੇ ਸਿੱਖਾਂ ਦੇ ਸੈਨਿਕ ਜੀਵਨ ਦੀ ਉਸਾਰੀ ਵਿੱਚ ਵੱਡਾ ਰੋਲ ਅਦਾ ਕੀਤਾ, ਜਿਸ ਕਾਰਨ ਪੰਥ ਦੀ ਚੜ੍ਹਦੀ ਕਲਾ ਉਤੇਜਿਤ ਹੋਈ। ਤਰਨਾ ਦਲ ਵਿੱਚ ਸੂਰਿਆਂ ਦੀ ਜ਼ਿਆਦਾ ਗਿਣਤੀ ਹੋਣ ਕਰਕੇ ਕਪੂਰ ਸਿੰਘ ਨੇ 14 ਅਕਤੂਬਰ 1745 ਨੂੰ ਅਕਾਲ ਤਖਤ ਸਾਹਿਬ ਤੇ ਇਕੱਠ ਕਰਕੇ ਇਸ ਦਲ ਦੇ 25 ਜਥੇ ਬਣਾ ਦਿੱਤੇ। ਹਰ ਇੱਕ ਜਥੇ ਵਿੱਚ ਤਕਰੀਬਨ 100 ਸਿੰਘ ਸ਼ਾਮਲ ਸਨ। ਜ਼ਕਰੀਆ ਖਾਂ ਦੀ ਮੌਤ ਉਪਰੰਤ 21 ਨਵੰਬਰ 1746 ਤੋਂ 21 ਮਾਰਚ 1747 ਤੱਕ 4 ਕੁ ਮਹੀਨੇ ਇਸ ਦੇ ਪੁੱਤਰਾਂ ਯਹੀਆ ਖਾਂ ਤੇ ਸ਼ਾਹ ਨਿਵਾਜ਼ ਖਾਂ ਵਿੱਚ ਅਣਬਣ ਹੋਣ ਕਰਕੇ ਘਮਸਾਨ ਮਚਿਆ। ਸੁਯੋਗ ਸਿੰਘ ਸਰਦਾਰਾਂ ਨੇ ਇਸ ਦਾ ਫਾਇਦਾ ਉਠਾਇਆ। ਸ਼ਾਹ ਨਿਵਾਜ਼ ਨੇ ਯਹੀਆ ਖਾਨ ਨੂੰ ਕੈਦੀ ਬਣਾ ਲਿਆ ਅਤੇ 21 ਮਾਰਚ 1747 ਨੂੰ ਇਹ ਲਾਹੌਰ ਦਾ ਸੂਬੇਦਾਰ ਬਣ ਗਿਆ। ਇਸ ਨੇ ਲਖਪਤ ਰਾਏ ਨੂੰ ਹਟਾ ਕੇ ਕੌੜਾ ਮੱਲ ਨੂੰ ਦੀਵਾਨ ਥਾਪਿਆ। ਕੁਦਰਤ ਬੜੀ ਬੇਅੰਤ ਹੈ। ਜਦੋਂ ਇਹ ਤੱਕਦੀ ਹੈ ਕਿ ਗਰੀਬਾਂ ਤੇ ਹਕੂਮਤ ਧੱਕਾ ਕਰ ਰਹੀ ਹੈ, ਤਾਂ ਇਹ ਨਿਓਟਿਆਂ ਨੂੰ ਓਟ, ਨਿਆਸਰਿਆਂ ਨੂੰ ਆਸਰਾ, ਨਿਤਾਣਿਆਂ ਨੂੰ ਤਾਣ ਅਤੇ ਨਿਮਾਣਿਆਂ ਨੂੰ ਮਾਣ ਬਖਸ਼ ਦਿੰਦੀ ਹੈ। ਇਹ ਤਖਤ ਵਾਲੇ ਨੂੰ ਤਖਤ ਤੇ ਬਿਠਾ ਕੇ ਉਸਦੇ ਹੰਕਾਰ ਨੂੰ ਤੋੜ ਦਿੰਦੀ ਹੈ। ਦੀਵਾਨ ਕੌੜਾ ਮੱਲ ਮਨ ਕਰਕੇ ਸਿੱਖਾਂ ਦਾ ਸਹਿਯੋਗੀ ਸੀ। ਸਿੱਖ ਇਸ ਨੂੰ ਮਿੱਠਾ ਮੱਲ ਹੀ ਕਹਿੰਦੇ ਸਨ। ਸਿੱਖਾਂ ਨੇ ਮੌਕਾ ਤਾੜ ਕੇ ਵਿਸਾਖੀ 1747 ਦੇ ਪੁਰਬ ਤੇ ਭਾਰੀ ਇਕੱਠ ਵਿੱਚ ਗੁਰਮਤਾ ਕੀਤਾ ਕਿ ਸ਼ਸਤਰ, ਵਸਤਰ, ਮਾਲ ਅਸਬਾਬ ਰੱਖਣ ਅਤੇ ਸੁਰੱਖਿਆ ਲਈ ਕੋਈ ਕਿਲਾ ਨੁਮੀ ਜਗ੍ਹਾ ਉਸਾਰੀ ਜਾਵੇ। ਇੰਜ 30 ਮਾਰਚ 1747 ਨੂੰ ਅੰਮ੍ਰਿਤਸਰ ਵਿਖੇ ਰਾਮਸਰ ਲਾਗੇ ਰਾਮ ਰੌਣੀ ਨਾਂ ਦੀ ਕੱਚੀ ਗੜੀ ਬਣ ਕੇ ਤਿਆਰ ਹੋ ਗਈ। ਜੂਨ 1747 ਵਿੱਚ ਨਾਦਰ ਸ਼ਾਹ ਮਾਰਿਆ ਗਿਆ ਤੇ ਉਸ ਪਿੱਛੋਂ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਦਾ ਹੁਕਮਰਾਨ ਬਣਿਆ। ਇਹ ਅਬਦਾਲੀ ਨਾਦਰ ਸ਼ਾਹ ਨਾਲ ਪਹਿਲਾਂ ਹਿੰਦੁਸਤਾਨ ਆਇਆ ਸੀ। ਇਸ ਨੇ ਦੇਖ ਲਿਆ ਸੀ ਕਿ ਹਿੰਦ ਦੀ ਪਰਜਾ ਬੜੀ ਦੁਰਬਲ, ਖੀਣੀ, ਤੇਜਹੀਣ ਤੇ ਬੇਇਖਲਾਕੀ ਹੈ। ਇਸ ਨੂੰ ਲੁੱਟਣਾ ਤੇ ਕੁੱਟਣਾ ਕੋਈ ਔਖਾ ਕੰਮ ਨਹੀਂ ਹੈ। ਅਹਿਮਦ ਸ਼ਾਹ ਅਬਦਾਲੀ 1747 ਤੋਂ 1748 ਵਿੱਚ ਪਹਿਲੀ ਵਾਰ ਹਿੰਦ ਤੇ ਬੜੇ ਜ਼ੋਰ ਸ਼ੋਰ ਨਾਲ ਚੜ੍ਹ ਕੇ ਆਇਆ। ਲਾਹੌਰ ਦਾ ਸੂਬੇਦਾਰ ਸ਼ਾਹ ਨਿਵਾਜ਼ ਉਸ ਨਾਲ ਭਿੜਨ ਨੂੰ ਤਿਆਰ ਹੋ ਗਿਆ,
पर अब्दाली दी जाबर फौज दे अगे ही डट के खड़ ना सकिया अते मार खा के सरहंद पहुंच गया। दिल्ली दी सल्तनत वल्लों वजीर कमरुद्दीन ते उसदा पुत्तर मीर मोइनुल मुल्क मीर मन्नू वड्डी सेना लैके अब्दाली दे टाकरे ते आ पहुंचे। मानूपुर लागे दोहां सेना विच जबरदस्त युद्ध होया, पर अब्दाली हार स्वीकार करके अफगानिस्तान वाल चल पिया। झल विच बैठे सिंघां ने इस नूं खूब लुटिया। मानूपुर दी जंग विच कमरुद्दीन मारिया गया। दिल्ली सरकार ने मीर मन्नू नूं लाहौर दा सूबेदार थाप दिता। गुरबिलास पातशाही 10 अंदर गुरु कलगीधर दे मुख तो उचरे ये शब्द दर्ज हैं। तब यह पनियो गरीब निवाज, शस्त्रन के अधीन है राज, कोऊ किसी को राज न दे है, जो ले है निज बल से ले है। दिल्ली दा तख्त कमजोर तक ते देश अंदर मची हफड़ा दफड़ी कारण अनेकां सिख अमृतधारी हो लड़ाकू जथियां विच शामिल हो गए। डॉक्टर हरिराम गुप्ता अनुसार उस समय एक तां खालसा दल दे 65 जथे बन चुके सन। दूजी गल यह सी कि हुकूमत ने श्री हरमंदर साहिब दे दर्शन इशनान ते पाबंदी लगाई हुई सी। सरदार कपूर सिंह ने 4-5 मार्च 1748 ਨੂੰ ਹੋਲਾ ਮਹੱਲਾ ਮਨਾਉਣ ਲਈ आनंदपुर साहिब विखे इकट्ठे होण ਲਈ ਸਭ ਨੂੰ ਤਾਕੀਦ ਕੀਤੀ। ਹੋਲੇ ਮਹੱਲੇ ਦੇ ਇਸ ਇਕੱਠ ਵਿੱਚ ਗੁਰਮਤਾ ਕੀਤਾ ਕਿ ਵਿਸਾਖੀ ਦਾ ਸਮਾਗਮ ਇਸ ਵਾਰ ਅੰਮ੍ਰਿਤਸਰ ਮਨਾਇਆ ਜਾਵੇ ਅਤੇ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਲਈ ਰੁਕਾਵਟ ਪਾਉਣ ਵਾਲਿਆਂ ਨੂੰ ਸੋਧਿਆ ਜਾਵੇ। ਇਹ ਹੁਕਮ ਸੁਣਦਿਆਂ ਸਿੰਘਾਂ ਨੇ ਮੌਕਾ ਪਾ ਕੇ ਦਰਸ਼ਨ ਇਸ਼ਨਾਨ ਦੀ ਰੁਕਾਵਟ ਪਾ ਰਹੇ ਸਥਾਪਿਤ ਕੀਤੇ ਹਾਕਮ ਸਲਾਬਤ ਖਾਂ ਅਤੇ ਉਸਦੇ ਸਾਥੀਆਂ ਨੂੰ ਮਾਰ ਮੁਕਾਇਆ। 29 ਮਾਰਚ 1748 ਨੂੰ ਅੰਮ੍ਰਿਤਸਰ ਵਿਖੇ ਠਾਠਾਂ ਮਾਰਦਾ ਇਕੱਠ ਹੋਇਆ। ਸਰਦਾਰ ਕਪੂਰ ਸਿੰਘ ਨੇ ਸਰਬੱਤ ਖਾਲਸੇ ਅੱਗੇ ਨਵੀਂ ਜਥੇਬੰਦੀ ਹੋਂਦ ਵਿੱਚ ਲਿਆਉਣ ਦਾ ਮਤਾ ਰੱਖਿਆ। ਮਤੇ ਅਨੁਸਾਰ ਖਾਲਸੇ ਦੀ ਸੈਨਿਕ ਸ਼ਕਤੀ ਦਾ ਨਾਂ ਦਲ ਖਾਲਸਾ ਤਜਵੀਜ਼ ਕੀਤਾ, ਜੋ ਸਰਬਸੰਮਤੀ ਨਾਲ ਮਨਜ਼ੂਰ ਹੋ ਗਿਆ। ਦਲ ਖਾਲਸੇ ਦਾ ਮੁਖੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਥਾਪਿਆ। ਜਥੇਦਾਰ ਕਪੂਰ ਸਿੰਘ ਨੇ ਬਜ਼ੁਰਗ ਅਵਸਥਾ ਹੋਣ ਕਰਕੇ ਇਹ ਜ਼ਿੰਮੇਵਾਰੀ ਸਰਦਾਰ ਜੱਸਾ ਸਿੰਘ ਸਪੁੱਤਰ ਸਰਦਾਰ ਨਿਹਾਲ ਸਿੰਘ ਪਿੰਡ ਆਹਲੂ ਨੇੜੇ ਲਾਹੌਰ ਨੂੰ ਸੰਭਾਲੀ। ਇਸ ਦਾ ਜਨਮ 1718 ਵਿੱਚ ਹੋਇਆ ਸੀ ਅਤੇ ਆਹਲੂ ਪਿੰਡ ਹੋਣ ਕਰਕੇ ਇਹ ਜੱਸਾ ਸਿੰਘ ਆਹਲੂਵਾਲੀਆ ਦੇ ਨਾਂ ਨਾਲ ਪ੍ਰਸਿੱਧ ਹੋ ਗਏ। ਇਨ੍ਹਾਂ ਭਾਈ ਕਪੂਰ ਸਿੰਘ ਦੀ ਅਗਵਾਈ ਹੇਠ 5 ਪਿਆਰਿਆਂ ਪਾਸੋਂ ਅੰਮ੍ਰਿਤਪਾਨ ਕੀਤਾ ਸੀ। ਛੋਟੀ ਉਮਰ 'ਚ ਇਹ ਦਿੱਲੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਪਾਸ ਵੀ ਰਹੇ ਅਤੇ ਉੱਥੇ ਰਹਿ ਕੇ ਗੁਰਮੁਖੀ, ਉਰਦੂ, ਫਾਰਸੀ ਅਤੇ ਗੁਰਮਤਿ ਗਿਆਨ ਹਾਸਲ ਕੀਤਾ। ਗੁਰੂ ਮਹਿਲਾਂ ਦੀ ਜੱਸਾ ਸਿੰਘ ਤੇ ਐਸੀ ਕਿਰਪਾ ਦ੍ਰਿਸ਼ਟੀ ਹੋਈ ਕਿ ਗੁਰੂ ਦੇ ਲਾਲ ਨੂੰ ਖਾਲਸਾ ਦਲ ਦਾ ਮੁਖੀਆ ਬਣਨ ਉਪਰੰਤ ਸੁਲਤਾਨ ਉਲ ਕੌਮ, ਫਕਰੇ ਸਿੱਖ ਕੌਮ ਅਤੇ ਪਾਤਸ਼ਾਹ ਸਰਦਾਰ ਦੇ ਰੁਤਬਿਆਂ ਨਾਲ ਨਿਵਾਜਿਆ। ਇਨ੍ਹਾਂ ਰੁਤਬਿਆਂ ਦੀ ਪ੍ਰਾਪਤੀ ਇਸ ਨਤੀਜੇ ਵਜੋਂ ਹੋਈ ਕਿ ਜੱਸਾ ਸਿੰਘ ਨੇ ਦਰਵੇਸ਼ ਦਿਲ ਨਾਲ ਕੌਮ ਦਾ ਦਰਬਾਨ ਬਣ ਕੇ ਵਿਦੇਸ਼ੀ ਜ਼ਾਲਮਾਂ ਦਾ ਹੰਕਾਰ ਫੱਟੀ ਵਾਂਗ ਪੋਚ ਕੇ ਰੱਖ ਦਿੱਤਾ ਸੀ। ਇਸ ਨੇ ਮਹਾਨ ਵਿਜੇਤਾ ਬਣ 1762 ਵਿੱਚ ਲਾਹੌਰ ਅੰਦਰ ਖਾਲਸਾ ਦਲ ਦੀਆਂ ਸਰਬੱਤ ਫੌਜਾਂ ਦੇ ਮੁਖੀ ਵਜੋਂ ਪ੍ਰਵੇਸ਼ ਕੀਤਾ ਸੀ ਤੇ ਸਿੱਖ ਪਾਤਸ਼ਾਹੀ ਦਾ ਸਿੱਕਾ ਚਲਾਇਆ ਸੀ। ਸਰਦਾਰ ਨੇ ਸਿੱਧ ਕਰ ਦਿੱਤਾ ਸੀ ਕਿ ਸਿਰੜ, ਸਿਦਕ, ਨਿਰੰਤਰ ਯਤਨ, ਧਰਮ ਤੇ ਦੇਸ਼ ਨਾਲ ਪਿਆਰ ਅਤੇ ਸ਼ਸਤਰ ਸੂਰਬੀਰ ਯੋਧਿਆਂ ਦੇ ਸਹਿਯੋਗੀ ਹੁੰਦੇ ਹਨ। ਇਹ ਜ਼ਾਲਮ ਤੇ ਜ਼ੁਲਮ ਦਾ ਨਾਸ਼ ਕਰਕੇ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਆਜ਼ਾਦੀ ਪ੍ਰਦਾਨ ਕਰ ਦਿੰਦੇ ਹਨ। ਕਵੀ ਇਕਬਾਲ ਦੇ ਬੋਲ ਹਨ, ਯਕੀ ਮੁਹਕਮ ਅਮਲ ਪਹਿਮ ਮੁਹੱਬਤ ਫਾਤ ਹੈ ਆਲਮ, जहाद जिंदगानी में है ये मर्दों की शमशीरें, गुलामी में ना काम आती है शमशीरें ना तदबीरें, जो हो जो की यकी पैदा तो कट जाती है जंजीरें। 29 मार्च ਦੇ ਸਰਬੱਤ ਖਾਲਸੇ ਵਿੱਚ 2 ਮਤੇ ਹੋਰ ਪਾਸ ਹੋਏ। ਇੱਕ ਸੀ ਰਾਮਸਰ ਵਿਵੇਕਸਰ ਲਾਗੇ ਬਣਾਈ ਗੜੀ ਨੂੰ ਰਾਮ ਰੌਣੀ ਦਾ ਨਾਂ ਦੇਣਾ, ਦੂਜਾ ਮਿਸਲਾਂ ਦੀ ਸਥਾਪਨਾ। ਰਾਮ ਰੌਣੀ ਗੜੀ ਇਹ ਗੜੀ ਚੌਥੇ ਸਤਿਗੁਰ ਸ੍ਰੀ ਗੁਰੂ ਰਾਮਦਾਸ ਜੀ ਦੀ ਓਟ ਤੱਕ ਸਿੰਘਾਂ ਨੇ 1748 ਵਿੱਚ ਬਣਾਈ ਸੀ। ਕੁਝ ਸਿੰਘਾਂ ਨੇ ਕਿਹਾ, ਗੜੀ ਦੀ ਕੀ ਜ਼ਰੂਰਤ ਹੈ, ਰੜੇ ਮੈਦਾਨ ਵਿੱਚ ਹੀ ਦੁਸ਼ਮਣ ਨਾਲ ਮੱਥਾ ਲਾਵਾਂਗੇ। ਪਰ ਸੁਜਾਨ ਸਿੰਘਾਂ ਨੇ ਕਿਹਾ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਨੰਦਪੁਰ ਸਾਹਿਬ ਵਿਖੇ ਕਿਲੇ ਬਣਾਏ ਸਨ ਅਤੇ ਕਿਲਿਆਂ ਵਿੱਚ ਵਿਚਰ ਕੇ ਜ਼ਾਲਮਾਂ ਨਾਲ ਯੁੱਧ ਕੀਤੇ ਸਨ। ਗੜੀ ਬਣਾਉਣ ਲਈ ਰਾਮਸਰ ਵਿਵੇਕਸਰ ਕੋਲ ਜਗ੍ਹਾ ਇਸ ਲਈ ਚੁਣੀ ਗਈ ਕਿਉਂਕਿ ਗੁਰੂ ਰਾਮਦਾਸ ਜੀ ਵੱਲੋਂ ਇੱਥੇ ਖੂਹੀ ਖੁਦਵਾਈ ਸੀ। ਆਮ ਨਿਵਾਸ ਲਈ ਤੇ ਖਾਸ ਕਰ ਜੰਗ ਸਮੇਂ ਪਾਣੀ ਦੀ ਵੱਡੀ ਲੋੜ ਹੁੰਦੀ ਹੈ। ਰਤਨ ਸਿੰਘ ਜੀ ਭੰਗੂ ਦੇ ਇਸ ਸੰਬੰਧੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਸ਼ਬਦ ਹਨ, ਹੁੱਤੀ ਖੂਹੀ ਤਹਿ ਗੁਰੂ ਲਵਾਈ,
तह था लीनी नीह धराई, आपे राज सिंह आपे मजूर, बड़े भुजंगी दिल के सूर। आपे पीसै आपे पकावै, तेते बड़ सरदार कहावै। जो करै सिंह बहुतो कम, धन धन कहे सिंह तिसै जम। चार उर तह रोणी बनाई, इम कर रोणी नाम सदाई। गिरदै लए भुए मरच पुटाए, खाई लई अत गहर कराई। इस गढ़ी दीआं कंधां मिट्टी दे डले अते गारा वरत के तैयार कीतीआं। दिन रात मिहनत मुशक्कत नाल तकरीबन 1 महीने विच गढ़ी तैयार कर लई। इस अंदर 500 दे करीब घोड़सवार समा सकदे सन। इतिहासक गवाही है कि ज्यों ही मीर मन्नू नूं ਸਿੰਘਾਂ ਵੱਲੋਂ सारी इस गढ़ी ਦੀ खबर मिली, उसने अजीज खान ਦੀ कमान हेठ तुर्कां ਦੀ फौज ਅਤੇ कई पहाड़ी राजियां नूं तोपखाने समेत लड़ाई ਲਈ ਚਾੜ ਦਿੱਤਾ। 3 ਮਹੀਨੇ अक्तूबर ਤੋਂ ਦਸੰਬਰ तक ਘਮਸਾਨ ਦੀ ਜੰਗ ਹੁੰਦੀ ਰਹੀ, ਜਿੱਥੇ ਤੁਰਕ ਤੇ ਪਹਾੜੀਏ ਸਿੰਘਾਂ ਨੂੰ ਮਾਰਨ ਲਈ ਟੁੱਟ-ਟੁੱਟ ਕੇ ਪੈ ਰਹੇ ਹਨ। ਉੱਥੇ ਸਿੰਘ ਸ਼ੇਰ ਦੀ ਨਿਆਈ ਬੜਕਾ ਮਾਰ ਆਸਮਾਨੀ ਬਿਜਲੀ ਦੀ ਤਰ੍ਹਾਂ ਇਹਨਾਂ ਤੇ ਹੱਲਾ ਬੋਲਦੇ ਸਨ। ਸਿੰਘ ਅਦੀਨਾ ਬੇਗ ਨੂੰ ਸਬਕ ਸਿਖਾਉਣ ਲਈ ਟੋਲ ਰਹੇ ਸਨ, ਪਰ ਇਹ ਹੱਥ ਨਾ ਆਇਆ। ਉਸ ਸਮੇਂ ਜੱਸਾ ਸਿੰਘ ਰਾਮਗੜੀਆ, ਜਿਸ ਨੂੰ ਪੰਥ ਤੋਂ ਛੇਕਿਆ ਹੋਇਆ ਸੀ, ਅਦੀਨਾ ਬੇਗ ਦੀ ਮਦਦ ਤੇ ਸੀ। ਸਿੰਘਾਂ ਨੇ ਜੱਸਾ ਸਿੰਘ ਇੱਚੋ ਗਿੱਲੀਏ ਰਾਮਗੜੀਏ ਨੂੰ ਆਖਿਆ, ਸਿੰਘਾ, ਇਹ ਆਖਰੀ ਸਮਾਂ ਹੈ, ਅਜੇ ਵੀ ਸਾਡੇ ਨਾਲ ਰਲ ਜਾ, ਖਾਲਸਾ ਟੁੱਟੀ ਗੰਢ ਦਿੰਦਾ ਹੈ। ਇੰਜ ਜੱਸਾ ਸਿੰਘ ਖਾਲਸੇ ਨਾਲ ਆ ਰਲਿਆ। ਉਸ ਸਮੇਂ ਕੁਦਰਤ ਨੇ ਇੱਕ ਹੋਰ ਭਾਣਾ ਵਰਤਾਇਆ। ਮੁਲਤਾਨ ਤੋਂ ਸ਼ਾਹ ਨਵਾਜ਼ ਲਾਹੌਰ ਤੇ ਚੜ ਆਇਆ। ਮੀਰ ਮੰਨੂ ਨੇ ਟਾਕਰੇ ਲਈ ਫੌਜ ਤਿਆਰ ਕਰ ਲਈ ਅਤੇ ਟਾਕਰੇ ਲਈ ਕੌੜਾ ਮੱਲ ਨੂੰ ਹੁਕਮ ਕੀਤਾ। ਇਸ ਨੇ ਸਿੰਘਾਂ ਦੀ ਮਦਦ ਲਈ ਅਤੇ ਜੰਗ ਵਿੱਚ ਸਿੰਘਾਂ ਨੇ ਸ਼ਾਹ ਨਵਾਜ਼ ਨੂੰ ਗੋਲੀ ਮਾਰ ਕੇ ਢੇਰੀ ਕਰ ਦਿੱਤਾ। ਪਰ 3 ਮਹੀਨੇ ਦੀ ਜੰਗ ਦੌਰਾਨ ਰਾਮ ਰੌਣੀ ਗੜੀ ਅੱਧੀ ਪਚੱਧੀ ਢਹਿ ਗਈ ਸੀ। ਸਿੱਖ ਮਿਸਲਾਂ। ਭਾਵੇਂ ਸਮੁੱਚੀ ਸੈਨਿਕ ਜਥੇਬੰਦੀ ਦਾ ਨਾਮ ਦਲ ਖਾਲਸਾ ਰੱਖਿਆ ਗਿਆ, ਪਰ ਇਸ ਦੀ ਕੁਸ਼ਲਤਾ, ਉੱਨਤੀ ਅਤੇ ਬਿਹਤਰੀ ਲਈ ਨਵੇਂ ਥਾਪੇ ਪ੍ਰਧਾਨ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਇਸ ਨੂੰ 11 ਮਿਸਲਾਂ ਵਿੱਚ ਸੰਗਠਿਤ ਕਰ ਦਿੱਤਾ। ਇਹ ਸਨ ਆਹਲੂਵਾਲੀਆ ਮਿਸਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੇਠ, ਫੈਜ਼ਲਪੁਰੀਆ ਮਿਸਲ ਨਵਾਬ ਕਪੂਰ ਸਿੰਘ, ਸ਼ੁਕਰਚੱਕੀਆ ਮਿਸਲ ਸਰਦਾਰ ਨੋਦ ਸਿੰਘ, ਭੰਗੀਆ ਮਿਸਲ ਸਰਦਾਰ ਹਰੀ ਸਿੰਘ ਭੰਗੀ, ਨਿਸ਼ਾਨਾ ਵਾਲੀ ਮਿਸਲ ਸਰਦਾਰ ਦਸੌਦਾ ਸਿੰਘ, ਕਨਈਆ ਮਿਸਲ ਸਰਦਾਰ ਜੈ ਸਿੰਘ ਕਾਨਾ, ਨਕਈਆ ਮਿਸਲ ਸਰਦਾਰ ਹੀਰਾ ਸਿੰਘ ਨਕਈ, ਡੱਲੇਵਾਲੀਆ ਮਿਸਲ ਸਰਦਾਰ ਗੁਲਾਬ ਸਿੰਘ ਡੱਲੇਵਾਲ, ਸ਼ਹੀਦਾ ਮਿਸਲ ਬਾਬਾ ਦੀਪ ਸਿੰਘ, ਕਰੋੜ ਸਿੰਘੀਆ ਮਿਸਲ ਕਰੋੜਾ ਸਿੰਘ ਫੈਜ਼ਗੜ੍ਹ, ਇਸ ਪਿੱਛੋਂ ਬਘੇਲ ਸਿੰਘ, ਸੰਘਾਣੀਆਂ ਰਾਮਗੜੀਆਂ ਸਰਦਾਰ ਨੰਦ ਸਿੰਘ ਸੰਘਾਣੀਆਂ, ਇਸ ਪਿੱਛੋਂ ਜੱਸਾ ਸਿੰਘ ਰਾਮਗੜੀਆ। ਮਾਲਵੇ ਵਿੱਚ 12ਵੀਂ ਮਿਸਲ ਫੁਲਕਿਆਂ ਦੀ ਕਹਾਈ। ਮਿਸਲ ਦਾ ਭਾਵ ਹੈ ਸੰਗ, ਸੰਗਠਨ, ਰਲਾ, ਸੰਧੀ, ਮੇਲ ਜਾਂ ਗੁੱਟ। ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਸਮਾਨਤਾ ਦਾ ਪ੍ਰਤੀਕ ਹੈ। ਮੇਜਰ ਹੈਨਰੀ ਕੋਟ ਨੇ ਮਿਸਲ ਨੂੰ ਕਬੀਲਾ, ਬਰਾਦਰੀ, ਵਰਗ, ਖੰਡ ਅਤੇ ਸ਼੍ਰੇਣੀ ਬਿਆਨਿਆ ਹੈ। ਕਨਿੰਗਮ ਮਿਸਲ ਨੂੰ ਮਜ਼ਹਬੀ ਸੰਗਠਨ ਜਾਗੀਰਦਾਰੀ ਲਿਖਦਾ ਹੈ। ਉਹ ਕਹਿੰਦਾ ਹੈ ਕਿ ਇਹ ਜਥੇਬੰਦੀ ਮਜ਼ਹਬੀ ਇਸ ਕਰਕੇ ਸੀ ਕਿਉਂ ਜੋ ਵਾਹਿਗੁਰੂ ਹੀ ਉਹਨਾਂ ਦਾ ਸਹਾਇਕ ਤੇ ਰੱਖਿਅਕ ਸੀ। ਧਰਮ ਤੇ ਨਿਸ਼ਾਨੇ ਦੀ ਸਾਂਝ ਉਹਨਾਂ ਦਾ ਪ੍ਰਭਾਵਸ਼ਾਲੀ ਸਿਧਾਂਤ ਸੀ ਅਤੇ ਗੁਰੂ ਗੋਬਿੰਦ ਸਿੰਘ ਦੇ ਸ਼ਸਤਰਾਂ ਦੀ ਭਗਤੀ ਉਹਨਾਂ ਦਾ ਮਾਇਕ ਹਥਿਆਰ ਸੀ। ਇਸ ਤੋਂ ਇਲਾਵਾ ਉਹ ਸਾਲ ਵਿੱਚ 2 ਵਾਰ ਅੰਮ੍ਰਿਤਸਰ ਦੇ ਪਵਿੱਤਰ ਸ਼ਹਿਰ ਵਿੱਚ ਇਕੱਠੇ ਹੁੰਦੇ ਸਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਅਗਲੀ ਕਾਰਵਾਈ ਲਈ ਸਾਂਝੀ ਯੋਜਨਾ ਬਣਾਉਂਦੇ ਸਨ। ਇਹ ਮਿਸਲਾਂ ਇੱਕ ਸੰਯੁਕਤ ਇਕੱਠ ਜਾਂ ਰਾਜ ਸੰਘ ਦਾ ਪ੍ਰਤੀਕ ਇਸ ਲਈ ਸਨ ਕਿ ਉਹ ਪੂਰਨ ਤੌਰ ਤੇ ਆਜ਼ਾਦ ਨਹੀਂ ਸਨ, ਸਗੋਂ ਬਕਾਇਦਾ ਤੌਰ ਤੇ ਗੁਰਮਤੇ ਦੀ ਸੰਸਥਾ ਅਧੀਨ ਆਪਸ ਵਿੱਚ ਸੰਗੀ ਸਨ। ਇਹ ਕੇਂਦਰੀ ਸੰਸਥਾ ਵੈਰੀ ਦੇ ਟਾਕਰੇ ਲਈ ਅਤੇ ਜਰਵਾਣਿਆਂ ਨੂੰ ਨੱਥ ਪਾਉਣ ਲਈ ਰਾਜਨੀਤੀ ਕਰਦੀ ਸੀ। ਇਹ ਮਿਸਲਾਂ ਜਾਗੀਰਦਾਰੂ ਇਸ ਲਈ ਸਨ ਕਿ ਇਸ ਜਥੇਬੰਦੀ ਦੇ ਸਾਰੇ ਜਥੇਦਾਰ ਸਾਂਝੀਆਂ ਜਿੱਤਾਂ 'ਚ ਪ੍ਰਾਪਤ ਮਾਲ ਆਪੋ ਵਿੱਚ ਬਰੋ ਬਰਾਬਰ ਵੰਡ ਲੈਂਦੇ ਸਨ। ਅੱਗੋਂ ਹਰ ਜਥੇ ਦਾ ਆਗੂ ਪ੍ਰਾਪਤ ਕੀਤੀਆਂ ਵਸਤਾਂ ਆਪਣੇ ਸਾਥੀਆਂ ਨੂੰ ਇੱਕੋ ਜਿਹਾ ਵੰਡਦਾ ਸੀ। ਪਰੰਤੂ A.C. ਬੈਨਰਜੀ ਸਿੱਖ ਮਿਸਲਾਂ ਦੀ ਜਥੇਬੰਦੀ ਨੂੰ ਸੰਗਠਿਤ ਜਾਗੀਰਦਾਰੀ ਨਹੀਂ ਮੰਨਦਾ। ਉਹ ਲਿਖਦਾ ਹੈ ਕਿ ਮਿਸਲਾਂ ਨਾ ਤਾਂ ਸਿੱਖ ਧਰਮ ਦੇ ਅਸੂਲਾਂ ਵਿਰੁੱਧ ਚੱਲਦੀਆਂ ਸਨ ਅਤੇ ਨਾ ਹੀ ਇਹਨਾਂ ਦੀ ਰਾਜਨੀਤੀ ਤੇ ਸਿੱਖ ਗ੍ਰੰਥੀਆਂ ਦਾ ਪੂਰਨ ਪ੍ਰਭਾਵ ਸੀ। ਜਾਗੀਰਦਾਰੀ ਵਿੱਚ ਤਾਂ ਇੱਕ ਪੁਰਖੀ ਰਾਜ ਹੁੰਦਾ ਹੈ, ਇਸ ਲਈ ਮਿਸਲਾਂ ਜਮਹੂਰੀ ਤੌਰ ਤੇ ਸਿੱਖੀ ਦੇ ਧਾਰਮਿਕ ਅਸੂਲਾਂ ਤੇ ਪਹਿਰਾ ਦਿੰਦੀਆਂ ਸਨ।
ਇਹ ਯੋਧਿਆਂ ਦਾ ਰਾਜ ਸੰਗ ਸਨ ਅਤੇ ਧਰਮ ਦੇ ਬੰਧਨ ਹੀ ਇਹਨਾਂ ਦੇ ਇਕੱਠ ਦਾ ਮੁੱਖ ਕਾਰਨ ਸਨ। ਇਬਰਟਸਨ ਲਿਖਦਾ ਹੈ ਕਿ ਸਿੱਖ ਮਿਸਲਾਂ ਦੀ ਜਥੇਬੰਦੀ ਮਜ਼ਹਬੀ ਹਕੂਮਤ, ਇੱਕ ਪੁਰਖਾ ਰਾਜ ਤੇ ਖੁਦਮੁਖਤਾਰੀ ਦਾ ਅਨੋਖਾ ਸੁਮੇਲ ਸੀ। ਸਿੱਖ ਸਰਦਾਰ ਅਤੇ ਸਾਰੇ ਸੈਨਿਕ ਗੁਰੂ ਦੀ ਖਾਤਰ ਯੁੱਧ ਕਰਦੇ ਸਨ ਅਤੇ ਅੰਮ੍ਰਿਤਸਰ ਵਿਖੇ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਰਬੱਤ ਖਾਲਸੇ ਦੇ ਫੈਸਲਿਆਂ ਤੇ ਫੁੱਲ ਚੜਾਉਂਦੇ ਸਨ। ਇਹ ਮਿਸਲਾਂ ਜਮਹੂਰੀ ਵੀ ਸਨ, ਕਿਉਂ ਜੋ ਮਿਸਲ ਦਾ ਹਰੇਕ ਸਿਪਾਹੀ ਸਮਾਜਿਕ ਤੇ ਰਾਜਨੀਤਿਕ ਸਮਾਨਤਾ ਦਾ ਅਧਿਕਾਰੀ ਸੀ, ਪਰੰਤੂ ਮਿਸਲਾਂ ਦੇ ਜਥੇਦਾਰਾਂ ਤੇ ਰੋਕ ਲਾਉਣ ਵਾਲਾ ਬਕਾਇਦਾ ਕੋਈ ਸਾਧਨ ਨਹੀਂ ਸੀ। ਇਸ ਲਈ ਅਮਲੀ ਤੌਰ ਤੇ ਇਹ ਖੁਦਮੁਖਤਾਰੀ ਵਾਲੇ ਸਿਧਾਂਤ ਤੇ ਚੱਲਦੀਆਂ ਸਨ। ਕਨਿੰਗਮ ਦੇ ਸ਼ਬਦਾਂ ਵਿੱਚ ਧਰਮ ਪ੍ਰਤੀ ਅਟੁੱਟ ਵਿਸ਼ਵਾਸ ਤੋਂ ਬਿਨਾਂ ਇਸ ਸਿੱਖ ਜਥੇਬੰਦੀ ਦਾ ਹੋਰ ਕੋਈ ਨਿਸ਼ਾਨਾ ਨਹੀਂ ਸੀ। ਉਹ ਇੱਕੋ ਅਕਾਲ ਪੁਰਖ ਦੇ ਭਰੋਸੇ ਧਰਮ ਤੇ ਨੇਕੀ ਦੀ ਰੱਖਿਆ ਲਈ ਲੜ ਮਰ ਰਹੇ ਸਨ। ਉਹਨਾਂ ਨੂੰ ਆਪਣੇ ਗੁਰੂ ਦੇ ਸ਼ਬਦਾਂ ਉੱਤੇ ਭਰੋਸਾ ਸੀ ਕਿ ਇੱਕ ਦਿਨ ਨੇਕੀ ਦੀ ਜ਼ਰੂਰ ਜਿੱਤ ਹੋਵੇਗੀ ਤੇ ਦੋਖੀ ਖਤਮ ਹੋ ਜਾਣਗੇ। ਪੁਨ ਪ੍ਰਤਾਪਨ ਬਾੜ ਜੈ ਧੁਨ, ਪਾਪਨ ਕੇ ਬਹੁ ਪੁੰਜ ਖਪੇਂਗੇ, ਸਾਧ ਸਮੂਹ ਪ੍ਰਸੰਨ ਫਿਰੇ ਜਗ, ਛਤਰ ਸਭੇ ਅਵਲੋਕ ਚਪੇਂਗੇ। ਸਰਦਾਰ ਸੁਖਦਿਆਲ ਸਿੰਘ ਬਿਆਨ ਕਰਦੇ ਹਨ ਕਿ ਦਲ ਖਾਲਸੇ ਦੀਆਂ ਮਿਸਲਾਂ ਵਾਲੇ ਸਿੰਘ ਜ਼ਿੰਦਗੀ ਅਤੇ ਮੌਤ ਦੀ ਖੇਡ ਖੇਡਦਿਆਂ ਦੀਵਾਲੀ ਅਤੇ ਵਿਸਾਖੀ ਦੇ ਮੌਕਿਆਂ ਤੇ ਸ਼੍ਰੀ ਅਕਾਲ ਤਖਤ ਤੇ ਇਕੱਠੇ ਹੁੰਦੇ ਸਨ। ਗੁਰਮਤਾ ਹੀ ਖਾਲਸੇ ਦੀ ਸੰਵਿਧਾਨਕ ਰਵਾਇਤ ਸੀ। ਇਸ ਦਾ ਹਰ ਮੈਂਬਰ ਅੰਮ੍ਰਿਤ ਛਕ ਕੇ ਹਥਿਆਰਬੰਦ ਹੋ ਕੇ ਰਹਿੰਦਾ ਸੀ। ਜੰਗਲਾਂ ਤੇ ਪਹਾੜਾਂ ਵਿੱਚ ਲੁਕ ਛਿਪ ਕੇ ਜ਼ਿੰਦਗੀ ਬਸਰ ਕਰਨ ਕਰਕੇ 1 ਘੰਟੇ ਤੱਕ ਵੀ ਜ਼ਿੰਦਗੀ ਦਾ ਭਰੋਸਾ ਨਹੀਂ ਸੀ। ਇਹਨਾਂ ਲੋਕਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਭ ਕੁਝ ਸੀ। ਵਾਹਿਗੁਰੂ ਦਾ ਭਾਣਾ ਮੰਨਣਾ ਇਹਨਾਂ ਦੀ ਖੁਸ਼ੀ ਸੀ। ਸ੍ਰੀ ਦਰਬਾਰ ਸਾਹਿਬ ਵਿਖੇ ਗੁਰਬਾਣੀ ਸੁਣਨਾ ਹੀ ਇਹਨਾਂ ਦੀ ਖੁਰਾਕ ਸੀ ਅਤੇ ਪਵਿੱਤਰ ਸਰੋਵਰ ਸ੍ਰੀ ਅੰਮ੍ਰਿਤਸਰ ਵਿੱਚ ਇਸ਼ਨਾਨ ਹੀ ਇਹਨਾਂ ਦੀ ਤਾਕਤ ਦਾ ਸੋਮਾ ਸੀ। ਡਾਕਟਰ ਹਰੀ ਰਾਮ ਗੁਪਤਾ ਅਨੁਸਾਰ ਸਿੱਖ ਸਰਦਾਰ ਜਿਹੜੇ ਦਲ ਖਾਲਸੇ ਦੀਆਂ ਵੱਖ-ਵੱਖ ਮਿਸਲਾਂ ਦੇ ਮੁਖੀ ਸਨ, ਸੱਚਮੁੱਚ ਹੀ ਮਹਾਨ ਸਿਪਾਹੀ ਅਤੇ ਦੂਰ ਦ੍ਰਿਸ਼ਟੀ ਦੇ ਆਗੂ ਸਨ। ਉਹ ਖੁੱਲ੍ਹੇ ਹਿਰਦਿਆਂ ਦੇ ਮਾਲਕ ਸਨ, ਸਪਸ਼ਟ ਸੋਚਣੀ ਵਾਲੇ ਅਤੇ ਸਮੇਂ ਦੀ ਨਬਜ਼ ਨੂੰ ਪਛਾਣਨ ਵਾਲੇ ਸਨ। ਸਿੱਖਾਂ ਦੇ ਸਮੁੱਚੇ ਇਤਿਹਾਸ ਵਿੱਚ ਦਲ ਖਾਲਸਾ ਦੀ ਸਥਾਪਨਾ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਸੀ। ਇਹਨਾਂ ਦੀ ਜ਼ਬਰਦਸਤ ਸੈਨਿਕ ਸ਼ਕਤੀ ਨੇ ਰਾਜਨੀਤਿਕ ਤਾਕਤ ਸਥਾਪਿਤ ਕਰਨ ਲਈ ਰਾਹ ਤਿਆਰ ਕਰ ਦਿੱਤਾ ਸੀ। ਉਪਰੋਕਤ ਵਿਚਾਰ ਦਰਸਾਉਂਦੇ ਹਨ ਕਿ ਇਹਨਾਂ ਕੌਮੀ ਪਰਵਾਨਿਆਂ ਦੇ ਮਨਾਂ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਨਿਰਮਲ ਸਿੱਖ ਪੰਥ ਨੂੰ ਪ੍ਰਚੰਡ ਕਰਨ ਲਈ ਮਰ ਮਿਟਣਾ ਇੱਕ ਧਾਰਮਿਕ ਫਰਜ਼ ਸੀ। ਉਹ ਗੁਰੂ ਗ੍ਰੰਥ ਅਤੇ ਖਾਲਸਾ ਪੰਥ ਦੇ ਸੱਚੇ ਸੁੱਚੇ ਸੇਵਕ ਸਨ। ਆਪਣੇ ਆਗੂ ਦਾ ਅਤੀ ਸਤਿਕਾਰ ਕਰਦੇ ਸਨ। ਦਲ ਦਾ ਜਥੇਦਾਰ ਸਭ ਸੈਨਿਕਾਂ ਨੂੰ ਇੱਕ ਬਰਾਬਰ ਸਮਝਦਾ ਸੀ, ਜਦਕਿ ਜਾਗੀਰਦਾਰੀ ਸਿਸਟਮ ਅੰਦਰ ਅਜਿਹਾ ਕੋਈ ਵਿਧਾਨ ਨਹੀਂ ਹੁੰਦਾ। ਮਿਸਲ ਦਾ ਸਰਦਾਰ ਜਾਂ ਮਿਸਲਦਾਰ ਖੁਦ ਮੁਖਤਾਰ ਜਾਂ ਤਾਨਾਸ਼ਾਹੀ ਦਾ ਰਵੱਈਆ ਨਹੀਂ ਸੀ ਰੱਖਦਾ, ਭਾਵੇਂ ਆਪਣੀ ਮਿਸਲ ਦੇ ਅਧੀਨ ਇਲਾਕੇ ਵਿੱਚ ਆਪਣੀ ਮਰਜ਼ੀ ਅਨੁਸਾਰ ਰਾਜ ਪ੍ਰਬੰਧ ਕਰ ਸਕਦਾ ਸੀ। ਮਿਸਲ ਦੇ ਹਰ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਖੁੱਲ੍ਹ ਸੀ। ਉਹ ਆਪਣੀ ਮਰਜ਼ੀ ਮੁਤਾਬਕ ਇੱਕ ਮਿਸਲ ਤੋਂ ਦੂਜੀ ਮਿਸਲ 'ਚ ਸ਼ਾਮਲ ਹੋ ਸਕਦਾ ਸੀ। ਕਿਸੇ ਸਿਪਾਹੀ ਜਾਂ ਅਹੁਦੇਦਾਰ ਦੀ ਕੋਈ ਤਨਖਾਹ ਨਹੀਂ ਸੀ। ਸਭ ਕੁਝ ਆਪਣੀ ਸਵੈ ਇੱਛਾ ਅਨੁਸਾਰ ਹੀ ਕੀਤਾ ਜਾਂਦਾ ਸੀ। ਸਭ ਦੀ ਤਨਖਾਹ ਸਿਰਫ ਜ਼ੁਲਮ ਅਤੇ ਬਦੀ ਕਰਨ ਵਾਲਿਆਂ ਦੀ ਲੁੱਟ-ਮਾਰ ਦਾ ਮਾਲ ਹੁੰਦਾ ਸੀ। ਉਹ ਮਾਲ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਸਭ ਨੂੰ ਇੱਕ ਬਰਾਬਰ ਵੰਡਦਾ ਸੀ। ਸਰ ਲੈਪਲ ਗ੍ਰਿਫਨ ਲਿਖਦਾ ਹੈ ਕਿ ਮਿਸਲਾਂ ਦੇ ਸਿਪਾਹੀ ਜ਼ਿਆਦਾਤਰ ਘੋੜਸਵਾਰ ਹੀ ਹੁੰਦੇ ਸਨ, ਜਿਨ੍ਹਾਂ ਨੂੰ ਕਾਠੀਆਂ ਬੰਦ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਜਦੋਂ ਕਿਸੇ ਜਿੱਤੇ ਹੋਏ ਇਲਾਕੇ ਵਿੱਚੋਂ ਨਜ਼ਰਾਨਾ ਲੈਣਾ ਹੁੰਦਾ ਸੀ ਤਾਂ ਪਹਿਲੀ ਮੰਗ ਘੋੜਿਆਂ ਦੀ ਹੀ ਕੀਤੀ ਜਾਂਦੀ ਸੀ। ਹਰ ਕਾਮਯਾਬ ਹਮਲੇ ਪਿੱਛੋਂ ਪੈਦਲ ਸਿਪਾਹੀ ਨੂੰ ਘੋੜੇ ਦੇ ਕੇ ਘੋੜਸਵਾਰ ਬਣਾ ਦਿੱਤਾ ਜਾਂਦਾ ਸੀ। ਮਿਸਲਾਂ ਦੇ ਸਿੰਘ ਬਹੁਤ ਅੱਛੇ ਘੋੜਸਵਾਰ ਸਨ। ਜਾਰਜ ਫਾਸਟਰ ਦੇ ਸ਼ਬਦ ਹਨ ਕਿ ਸਿੰਘ ਆਪਣੇ ਸਾਥੀ ਸਿੰਘ ਦੇ ਚਲਾਣੇ ਤੇ ਉਤਨਾ ਅਫਸੋਸ ਨਹੀਂ ਸੀ ਕਰਦੇ ਜਿਤਨਾ ਆਪਣੇ ਘੋੜੇ ਦੇ ਮਰਨ ਤੇ ਕਰਦੇ ਸਨ। ਬਰਾਊਨ ਅਨੁਸਾਰ ਹਰ ਸਿੰਘ 2 ਜਾਂ 3 ਘੋੜੇ ਰੱਖਦਾ ਸੀ। ਇਹਨਾਂ ਦੇ ਘੋੜਿਆਂ ਦੀ ਰਫ਼ਤਾਰ ਇਤਨੀ ਤੇਜ਼ ਹੁੰਦੀ ਸੀ ਕਿ ਸਿੱਖ ਸੈਨਾ ਇੱਕ ਦਿਨ ਵਿੱਚ 50 ਮੀਲ ਤੋਂ 120 ਮੀਲ ਦਾ ਪੈਂਡਾ ਤੈਅ ਕਰ ਲੈਂਦੀ ਸੀ। ਸਿੰਘ ਨੂੰ ਭਾਵੇਂ ਆਪਣੇ ਖਾਣ ਨੂੰ ਜੇ ਨਹੀਂ ਵੀ ਸੀ ਮਿਲਦਾ, ਪਰ ਘੋੜਿਆਂ ਦੇ ਖਾਣ ਪੀਣ ਦਾ ਪ੍ਰਬੰਧ ਹਰ ਹਾਲਤ ਵਿੱਚ ਕਰਦਾ ਸੀ, ਕਿਉਂਕਿ ਗੁਰੀਲਾ ਲੜਾਈ ਘੋੜਿਆਂ ਤੋਂ ਬਿਨਾਂ ਅਸੰਭਵ ਹੈ। ਜਾਰਜ ਫਾਸਟਰ ਦੇ ਲਿਖਤੀ ਸ਼ਬਦ ਹਨ ਕਿ ਸਿੰਘਾਂ ਦੇ ਘੋੜੇ ਬਹੁਤ ਹੀ ਸਿੱਖਿਅਕ ਸਨ। ਜਦ ਉਹ ਤੇਜ਼ ਦੌੜਦੇ ਸਮੇਂ ਘੋੜੇ ਦੀ ਗਰਦਨ ਤੇ ਥਾਪੀ ਦਿੰਦੇ ਸਨ ਤਾਂ ਘੋੜਾ ਇੱਕੇਦਮ ਰੁਕ ਜਾਂਦਾ ਸੀ। ਗੁਰਮਤਿਆਂ ਦਾ ਯੁੱਗ। ਸਿੱਖੀ ਅੰਦਰ 1745 ਤੋਂ 1805 ਈਸਵੀ ਦੇ ਸਮੇਂ ਨੂੰ ਗੁਰਮਤਿਆਂ ਦਾ ਸੁਨਹਿਰੀ ਯੁੱਗ ਕਹਿੰਦੇ ਹਨ।
ਗੁਰਮਤਿ ਦਾ ਭਾਵ ਹੈ ਗੁਰੂ ਦੇ ਦਰਸਾਏ ਮਾਰਗ ਅਨੁਸਾਰ ਕੀਤਾ ਫੈਸਲਾ। ਜਦੋਂ ਵੀ ਸਿੱਖਾਂ ਤੇ ਵਿਸ਼ੇਸ਼ ਔਂਕੜ ਆਉਂਦੀ ਤਾਂ ਉਹ ਅਕਾਲ ਬੁੰਗੇ ਤੇ ਸ੍ਰੀ ਗੁਰੂ ਗ੍ਰੰਥ ਦੀ ਹਜ਼ੂਰੀ ਵਿੱਚ ਮਿਲ ਬੈਠ ਕੇ ਫੈਸਲਾ ਕਰਦੇ। ਇਸ ਫੈਸਲੇ ਨੂੰ ਗੁਰਮਤਾ ਕਹਿੰਦੇ ਸਨ। ਗੁਰਮਤੇ ਨੂੰ ਗੁਰੂ ਦਾ ਹੁਕਮ ਮੰਨ ਕੇ ਸਭ ਇਸ ਤੇ ਤਨ ਮਨ ਤੇ ਧਨ ਨਾਲ ਪਹਿਰਾ ਦਿੰਦੇ ਸਨ। ਮੈਲਕਮ ਵੀ ਆਪਣੀ ਪੁਸਤਕ ਸਕੈਚ ਆਫ ਦੀ ਸਿੱਖ ਵਿੱਚ ਲਿਖਦਾ ਹੈ ਕਿ 1745 ਤੋਂ 1805 ਦਰਮਿਆਨ ਸਿੱਖਾਂ ਦੇ ਸਾਰੇ ਮਹੱਤਵਪੂਰਨ ਫੈਸਲੇ ਗੁਰਮਤੇ ਪ੍ਰਣਾਲੀ ਨਾਲ ਹੁੰਦੇ ਸਨ। ਗੁਰਮਤੇ ਲਈ ਮਹਾਨ ਕੌਮੀ ਕੌਂਸਲ ਦਾ ਸਮਾਗਮ ਹੁੰਦਾ ਸੀ, ਜਿਸ ਵਿੱਚ ਸਾਰੇ ਸਿੱਖਾਂ ਦੇ ਮੁਖੀਏ ਮਿਸਲਦਾਰ ਇਕੱਠੇ ਹੁੰਦੇ ਸਨ। ਹਰ ਮਿਸਲ ਦੇ ਮੁਖੀ ਨੇ ਆਪਣੇ ਅਤੇ ਆਪਣੀ ਮਿਸਲ ਦੇ ਸਿੱਖਾਂ ਦੇ ਨਿਵਾਸ ਹਰਿਮੰਦਰ ਸਾਹਿਬ ਦੀ ਪਰਿਕਰਮਾ ਲਾਗੇ ਬਣਾਏ ਹੋਏ ਸਨ। ਹਰ ਗੁਰਮਤਾ ਧਰਮ ਤੇ ਆਧਾਰਿਤ ਸੀ ਤੇ ਧਰਮ ਹੀ ਉਸ ਸਮੇਂ ਸਿੱਖਾਂ ਦਾ ਜੀਵਨ ਆਧਾਰ ਸੀ। G.L. ਚੋਪੜਾ ਨੇ ਦੀ ਪੰਜਾਬ ਐਂਡ ਸਾਵਰਨ ਸਟੇਟ ਲਿਖਤ ਦੀ ਭੂਮਿਕਾ ਵਿੱਚ ਅੰਕਿਤ ਕੀਤਾ ਹੈ ਕਿ ਗੁਰਮਤਾ ਪ੍ਰਣਾਲੀ ਨੂੰ ਸਿੱਖਾਂ ਦੀ ਕੇਂਦਰੀ ਸਰਕਾਰ ਅਤੇ ਉਹਨਾਂ ਨੂੰ ਇਕਮੁੱਠ ਰੱਖਣ ਲਈ ਵੱਡੀ ਸ਼ਕਤੀ ਮੰਨਿਆ ਜਾਂਦਾ ਸੀ। ਇਹ ਸਾਰੇ ਇਤਿਹਾਸਕਾਰ ਮੰਨਦੇ ਹਨ ਕਿ ਮਿਸਲਾਂ ਦੇ ਸਭ ਸਰਦਾਰਾਂ ਅਤੇ ਸਿੰਘਾਂ ਦਾ ਵਿਅਕਤੀਗਤ ਅਤੇ ਸਮੂਹਿਕ ਆਚਰਣ ਬਹੁਤ ਉੱਚਾ ਸੀ। ਭਾਵੇਂ ਕਈ ਮਸਲਿਆਂ 'ਚ ਉਹਨਾਂ ਦੇ ਮਤਭੇਦ ਸਨ, ਪਰ ਖਤਰਨਾਕ ਅਤੇ ਜਾਨਲੇਵਾ ਹਾਲਤਾਂ ਵਿੱਚ ਉਹ ਗੁਰੂ ਦੇ ਉਪਦੇਸ਼ਾਂ ਤੇ ਪਹਿਰਾ ਦਿੰਦੇ ਸਨ ਅਤੇ ਹਰਿਮੰਦਰ ਸਾਹਿਬ ਪਹੁੰਚ ਕੇ ਸਰਬੱਤ ਖਾਲਸੇ ਦੇ ਇਕੱਠ ਵਿੱਚ ਆਪਣੇ ਮਤਭੇਦਾਂ ਨੂੰ ਭੁਲਾ ਕੇ ਸਾਂਝੇ ਫੈਸਲਿਆਂ ਤੇ ਬੜੀ ਆਨ ਅਤੇ ਸ਼ਾਨ ਨਾਲ ਫੁੱਲ ਚੜਾਉਂਦੇ ਸਨ। ਸਰਦਾਰ ਭਗਤ ਸਿੰਘ ਆਪਣੀ ਲੇਖਣੀ ਅ ਹਿਸਟਰੀ ਆਫ ਸਿੱਖ ਮਿਸਲਜ਼ ਵਿੱਚ ਵਰਣਨ ਕਰਦੇ ਹਨ ਕਿ ਗੁਰਮਤੇ ਦੀ ਸੰਸਥਾ ਦਾ ਕੰਮ ਰਾਜ ਸੀ, ਧਾਰਮਿਕ ਤੇ ਅਦਾਲਤੀ ਸੀ। ਇਹ ਸੰਸਥਾ ਦਲ ਖਾਲਸਾ ਦਾ ਆਗੂ ਚੁਣਦੀ ਸੀ ਅਤੇ ਵੈਰੀਆਂ ਵਿਰੁੱਧ ਫੌਜੀ ਕਾਰਵਾਈ ਦੀਆਂ ਤਜਵੀਜ਼ਾਂ ਤਿਆਰ ਕਰਦੀ ਸੀ। ਪ੍ਰੋਫੈਸਰ ਕਿਰਪਾਲ ਸਿੰਘ ਨੇ ਆਪਣੀ ਪੁਸਤਕ ਸਿੱਖ ਇਤਿਹਾਸ ਦੇ ਵਿਸ਼ੇਸ਼ ਪੱਖ ਵਿੱਚ ਇਹ ਸ਼ਬਦ 124 ਪੰਨਾ ਤੇ ਲਿਖੇ ਹਨ। 1748 ਦੇ ਗੁਰਮਤੇ ਨੇ ਸਾਰੀ ਖਾਲਸਾ ਕੌਮ ਨੂੰ ਇਕਮੁੱਠ ਕਰ ਦਿੱਤਾ ਤੇ ਖਿੰਡੀ ਸ਼ਕਤੀ ਸੰਯੁਕਤ ਕਰਕੇ ਪੰਜਾਬ ਵਿੱਚ ਨਵੀਂ ਰਾਜਸੀ ਤਾਕਤ ਦੀ ਨੀਂਹ ਰੱਖੀ। ਡਾਕਟਰ ਹਰੀ ਰਾਮ ਗੁਪਤਾ ਦੇ ਸ਼ਬਦ ਹਿਸਟਰੀ ਆਫ ਦੀ ਸਿੱਖਸ ਦੇ ਪੰਨਾ 134 ਤੇ ਦਰਜ ਹਨ। ਉਸ ਸਮੇਂ ਜੇਕਰ ਕੋਈ ਤਾਕਤ ਹਿੰਦ ਵਿੱਚ ਪੰਜਾਬ ਉੱਤੇ ਰਾਜ ਕਰਨ ਦਾ ਇਖਲਾਕੀ ਹੱਕ ਰੱਖਦੀ ਸੀ ਤਾਂ ਉਹ ਸਿੱਖ ਹੀ ਸਨ, ਜਿਨ੍ਹਾਂ ਬਾਰ-ਬਾਰ ਪੰਜਾਬ ਦੀ ਜ਼ੁਲਮਾਂ ਜ਼ਾਬਰਾਂ ਤੋਂ ਰਾਖੀ ਕੀਤੀ ਸੀ। ਜ਼ਾਲਮਾਂ ਨੂੰ ਸੋਧਣ ਲਈ 2.5 ਫੱਟ ਦੀ ਲੜਾਈ। ਜ਼ਾਲਮਾਂ ਵਿਰੁੱਧ ਸਿੰਘਾਂ ਦਾ ਲੜਾਈ ਢੰਗ ਆਮ ਤੌਰ ਤੇ ਗੁਰਿਲਾ ਕਿਸਮ ਦਾ ਹੀ ਹੁੰਦਾ ਸੀ। ਇਸ ਦਾ ਕਾਰਨ ਸੀ ਕਿ ਜ਼ਾਲਮ ਵੱਡੀ ਗਿਣਤੀ ਵਿੱਚ ਹੁੰਦੇ ਸਨ, ਜਦਕਿ ਖਾਲਸਾ ਦਲ ਦੀ ਗਿਣਤੀ ਤਾਂ ਆਟੇ 'ਚ ਲੂਣ ਦੇ ਬਰਾਬਰ ਹੁੰਦੀ ਸੀ। ਐਸੀ ਲੜਾਈ ਲਈ ਸਿੰਘਾਂ ਵਿੱਚ 2.5 ਫੱਟ ਲੜਾਈ ਕਰਨ ਦਾ ਸ਼ਬਦ ਬੜਾ ਹਰਮਨ ਪਿਆਰਾ ਸੀ। 2.5 ਫੱਟ ਦਾ ਭਾਵ ਸੀ ਕਿ 2 ਰਾਹ ਪੂਰੇ ਅਤੇ 1 ਰਾਹ ਅੱਧਾ ਅਪਣਾਉਣਾ। 2 ਤੇ ਅੱਧਾ ਨੂੰ ਪੰਜਾਬੀ ਵਿੱਚ 2.5 ਕਿਹਾ ਜਾਂਦਾ ਹੈ। ਪਹਿਲੇ ਰਾਹ ਦਾ ਮਤਲਬ ਸੀ ਕਿ ਦੁਸ਼ਮਣ ਤੇ ਅਚਾਨਕ ਹਮਲਾ ਕਰਨਾ। ਦੂਜੇ ਰਾਹ ਦਾ ਭਾਵ ਸੀ ਹਮਲਾ ਕਰਕੇ ਦੁਸ਼ਮਣ ਨੂੰ ਸੋਧਣਾ ਅਤੇ ਉਸ ਵੱਲੋਂ ਲੁੱਟਿਆ ਹੋਇਆ ਮਾਲ ਅਤੇ ਗੁਲਾਮ ਬਣਾਏ ਜਵਾਨ ਮੁੰਡੇ ਤੇ ਕੁੜੀਆਂ ਛਡਾਉਣੀਆਂ ਅਤੇ ਤਿੱਤਰ ਹੋ ਜਾਣਾ। ਅੱਧਾ ਫੱਟ ਵਾਲਾ ਰਾਹ ਸੀ ਕਿ ਹਮਲੇ ਸਮੇਂ ਜੇਕਰ ਦੌੜਿਆ ਨਾ ਜਾ ਸਕੇ ਤਾਂ ਲੜ ਕੇ ਸ਼ਹੀਦ ਹੋ ਜਾਣਾ। ਪ੍ਰਮੁੱਖ ਕੋਸ਼ਿਸ਼ ਇਹੀ ਹੁੰਦੀ ਸੀ ਕਿ ਅਚਾਨਕ ਹਮਲੇ ਦੌਰਾਨ ਦੁਸ਼ਮਣ ਨੂੰ ਨੁਕਸਾਨ ਪਹੁੰਚਾ ਕੇ ਇੱਕੇ ਦਮ ਦੌੜਨ ਦੀ ਹੀ ਹੁੰਦੀ ਸੀ। ਇਹ 2.5 ਫੱਟ ਖਾਲਸੇ ਦਾ ਸੰਕੇਤਕ ਸ਼ਬਦ ਸੀ, ਜਿਸ ਤੋਂ ਦੁਸ਼ਮਣ ਬਹੁਤ ਡਰਦਾ ਸੀ। ਗੁਰਸਿੱਖਾਂ ਦੀ ਰਹਿਣੀ ਬਹਿਣੀ ਅਤੇ ਚਾਲ ਢਾਲ। ਦਲ ਖਾਲਸੇ ਦਾ ਹਰ ਸਿੰਘ ਖੰਡੇ ਬਾਟੇ ਦੀ ਪੋਹਲ ਛਕ ਅੰਮ੍ਰਿਤਧਾਰੀ ਸੀ। ਹਰ ਇੱਕ ਦਾ ਆਦਰਸ਼ ਸੀ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ ਅਤੇ ਦੀਦਾਰ ਖਾਲਸੇ ਦਾ। ਭਾਵ ਉਹ ਅਕਾਲ ਪੁਰਖ ਦੇ ਜਸੀਏ, ਗੁਰਬਾਣੀ ਦੇ ਰਸੀਏ ਅਤੇ ਗੁਰੂ ਦੇ ਖਾਲਸੇ ਦੇ ਸਖੀਏ ਸਨ। ਉਹਨਾਂ ਆਪਣਾ ਜੀਵਨ ਅਰਥਾਤ ਤਨ ਮਨ ਅਤੇ ਧਨ ਗੁਰੂ ਦੇ ਅਰਪਣ ਕੀਤਾ ਹੋਇਆ ਸੀ। ਉਹਨਾਂ ਦਾ ਜੀਵਨ ਸਾਦਾ, ਸਵੱਲਾ ਤੇ ਸੰਤੁਸ਼ਟੀ ਭਰਿਆ ਸੀ। ਉਹ ਪ੍ਰਭੂ ਦੀ ਪ੍ਰੇਮਾ ਭਗਤੀ, ਧਰਮ ਦੀ ਕਿਰਤ ਅਤੇ ਵੰਡ ਛਕਣ ਦੇ ਆਦੀ ਸਨ। ਸਿੰਘਾਂ ਦੀ ਰਸਨਾ ਤੇ ਹਰ ਸਮੇਂ ਗੁਰੂ ਦਾ ਜਾਪ ਸੀ। ਗੁਰੂ ਹੀ ਇਹਨਾਂ ਦੀ ਓਟ ਸੀ ਅਤੇ ਗੁਰੂ ਤੋਂ ਬਿਨਾਂ ਇਹ ਹੋਰ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ। ਗੁਰਬਾਣੀ ਦੇ ਸ਼ਬਦ ਤੇ ਹੀ ਹਰ ਸਮੇਂ ਪਹਿਰਾ ਦਿੰਦੇ ਸਨ, ਜੈਸੇ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਸਿੰਘਾਂ ਦੀ ਸੁਤੰਤਰਤਾ ਦੀ ਹੱਦ, ਆਪ ਹੁਦਰੇਪਣ ਅਤੇ ਵਿਅਕਤੀਗਤ ਦੀ ਪ੍ਰਕਿਰਿਆ ਤੋਂ ਦੂਰੀ ਨੂੰ ਫਾਸਟਰ ਲਿਖਦਾ ਹੈ। ਮੈਂ ਇੱਕ ਸਿੱਖ ਸਿਪਾਹੀ ਨੂੰ ਪੁੱਛਿਆ, ਤੇਰਾ ਮਾਲਕ ਸਰਦਾਰ ਕੌਣ ਹੈ? ਤਾਂ ਉਸਦਾ ਜਵਾਬ ਸੀ, ਸਿਵਾਏ ਗੁਰੂ ਦੇ ਅਸੀਂ ਨਹੀਂ ਕਿਸੇ ਨੂੰ ਮਾਲਕ ਮੰਨਦੇ। ਖਾਲਸੇ ਦਾ ਮੁੱਖ ਨਿਸ਼ਾਨਾ ਸੀ ਗੁਲਾਮੀ ਨੂੰ ਗਲੋਂ ਲਾ ਕੇ ਸੁਤੰਤਰਤਾ,
स्वैमान ਅਤੇ ਲੋਕ ਭਲਾਈ ਕਰਨੀ। ਉਨੀ ਦਿਨੀ ਇੱਕ ਕਹਾਵਤ ਆਮ ਪ੍ਰਚਲਿਤ ਸੀ, ਖਾਦਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦਾ ਕੀਦਾ ਮਿਥਿਆ, ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭਖਿਆ। ਇਸ ਸਿਧਾਂਤ ਦੀ ਪੂਰਤੀ ਲਈ ਸਿੰਘਾਂ ਨੇ ਸਾਲਾਬਦੀ ਜੰਗਲਾਂ ਵਿੱਚ ਦਿਨ ਕਟੀ ਕੀਤੀ ਅਤੇ ਝੱਖੜ, ਝਾਂਗੀ, ਮੀਂਹ, ਅੱਤ ਦੀ ਗਰਮੀ ਤੇ ਸਰਦੀ, ਭੁੱਖ, ਦੁੱਖ ਅਤੇ ਮੌਤ ਦੀ ਪਰਵਾਹ ਨਹੀਂ ਕੀਤੀ। ਇਹਨਾਂ ਤੇੜ ਚੋਲਾ, ਸਿਰ ਤੇ ਦਸਤਾਰ ਜਾਂ ਦਮਾਲਾ, ਤੇੜ ਕਛਹਿਰਾ ਅਤੇ ਰਾਤਾਂ ਕੱਟਣ ਲਈ 1 ਜਾਂ 2 ਕੰਬਲ ਪਾਸ ਰੱਖੇ ਹੋਏ ਸਨ। ਇੰਜ ਲੋਕ ਇਹਨਾਂ ਨੂੰ ਕੱਛ ਵਾਲੇ ਬਾਬੇ ਜਾਂ ਭੂਰਿਆਂ ਵਾਲੇ ਰਾਜੇ ਆਖਦੇ ਸਨ। ਜਰਵਾਣੇ ਜਦੋਂ ਲੋਕਾਂ ਦੀਆਂ ਧੀਆਂ, ਭੈਣਾਂ, ਇਸਤਰੀਆਂ ਜਾਂ ਨੂੰਹਾਂ ਗੁਲਾਮ ਬਣਾ ਲੈਂਦੇ ਸਨ ਤਾਂ ਉਹ ਫਰਿਆਦੀ ਹੋ ਕੇ ਸਿੰਘਾਂ ਪਾਸ ਪਹੁੰਚ ਇਉਂ ਵੈਣ ਪਾਉਂਦੇ, ਮੋੜੀ ਬਾਬਾ ਕੱਛ ਵਾਲਿਆ, ਛਈ ਰੰਨ ਗਈ, ਬਸਰੇ ਨੂੰ ਗਈ। ਜਦੋਂ ਕਦੇ ਸਿੰਘ ਦਾਤ ਕਾ ਕੇ ਰੋਟੀ ਪਾਣੀ ਖਾਤਰ ਜੰਗਲ ਦੇ ਲਾਗਲੇ ਪਿੰਡਾਂ ਚ ਆਉਂਦੇ ਤਾਂ ਪੰਜਾਬਣਾਂ ਇਹ ਕਹਿ ਕੇ ਸਵਾਗਤ ਕਰਦੀਆਂ, ਆਏ ਨੀ ਨਿਹੰਗ, ਬੂਹੇ ਖੋਲਦੇ ਨਿਸੰਗ। ਭਾਵ ਉਹ ਬੇਡਰ ਹੋ ਕੇ ਸਿੰਘਾਂ ਨੂੰ ਆਪਣੇ ਰਖਵਾਲੇ ਸਮਝਦੀਆਂ ਤੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਉਂਦੀਆਂ, ਬਸਤਰ ਅਤੇ ਧਨ ਵੀ ਦਿੰਦੀਆਂ ਸਨ। ਇਹਨਾਂ ਖਾਲਸਿਆਂ ਦੇ ਬੋਲੇ ਵੈਰੀਆਂ ਨੂੰ ਪਚਲਾਉਣ ਲਈ ਬੜੇ ਗੜਗੱਜ, ਚੜ੍ਹਦੀ ਕਲਾ ਵਾਲੇ ਅਤੇ ਗੁਪਤ ਰੂਪ ਸਨ, ਜਿਵੇਂ ਤੁਰੰਗ ਸਿੰਘ ਘੋੜਾ, ਹਰੇ ਘਾਹ ਵਾਲੀ ਥਾਂ ਮਖਮਲੀ ਫਰਸ਼, ਮੁਕਤਾ ਸ਼ਹੀਦ, ਪਖਾਨੇ ਜਾਣਾ ਜਾਂ ਮੈਦਾਨ ਜਾਣਾ, ਦੁਸ਼ਾਲਾ ਕੰਬਲ, ਹੱਥ ਮੂੰਹ ਧੋਣਾ, 5 ਇਸ਼ਨਾਨਾ, ਤਹਿ ਤੋੜ ਪਰੌਂਠਾ, ਟਹਿਲੂਆ, ਪਰਨਾ ਜਾਂ ਦੁਪੱਟਾ, ਜੰਡ ਦੀ ਫਲੀ, ਜਲੇਬੀ, ਨੜੀ ਮਾਰ, ਹੁੱਕਾ ਪੀਣ ਵਾਲਾ, ਬੁੰਗਾ, ਸਿੰਘਾਂ ਦਾ ਡੇਰਾ, ਦਦਾਰ ਸਿੰਘ, ਸ਼ੀਸ਼ਾ, ਚੁਟਕਲਾ ਪ੍ਰਸ਼ਾਦ, ਲੂਣ ਮਿਰਚ, ਚੁੱਪ, ਖੰਡ, ਕੇਸਰ, ਹਲਦੀ, ਕੋਤਵਾਲ ਚਾਕੂ, ਸਮੁੰਦਰ ਦੁੱਧ, ਗਿੱਦੜ ਭਗਵੇਂ ਕੱਪੜੇ ਵਾਲਾ ਸਾਧ, ਝਾੜੂ ਬਰਦਾਰ, ਸੂਬੇਦਾਰ, ਸਬਜ਼ ਮੰਦਰ, ਰੁੱਖ ਦੀ ਛਾਂ, ਸ਼ੀਸ਼ ਮਹਿਲ, ਟੁੱਟਾ ਛੱਪਰ, ਘੋੜਾ, ਜੁੱਤੀ ਦਾ ਜੋੜਾ, ਭਗੌਤੀ, ਤਲਵਾਰ, ਮਠਿਆਈ, ਸ਼ਕਰਕੰਦੀ, ਲੜਾਕੀ, ਲਾਲ ਮਿਰਚ, ਕਰਾੜੀ, ਮੂਲੀ, ਗੁਬੰਦੀ, ਗਾਜਰ, ਕੜਾਕਾ, ਭੁੱਖਾ ਰਹਿਣਾ, ਕੁਤਬਦੀਨ, ਕੁੱਤਾ, ਆਕੜ ਭੰਨ, ਬੁਖਾਰ, ਬਦਾਮ, ਭੁੱਜੇ ਛੋਲੇ, ਬੂੰਦੀ, ਬਕਲੀਆਂ, ਸਿਰਖਿੰਡੀ, ਸ਼ੱਕਰ, ਰਾਮਜੰਗਾ, ਬੰਦੂਕ, ਭੋਏ ਸੂਰ, ਸ਼ਲਗਮ, ਬਸੰਤ ਕੌਰ, ਮੱਕੀ, ਫਿਰਨੀ, ਚੱਕੀ, ਤਨੰਤਰ, ਨਿੰਮ, ਸਿਰਗੁਮ, ਰੋਡਾ, ਹਜੂਰੀਆ, ਪਰਨਾ, ਸੌਗੀ, ਹਰਾ ਛੋਲੀਆ, ਅੜਿੰਗ ਬੜਿੰਗ ਹੋਣਾ, ਸੌਣਾ ਆਦਿ। ਸਿੰਘਾਂ ਦੀ ਬਹਾਦਰੀ ਬਾਰੇ ਇਤਿਹਾਸਕਾਰਾਂ ਦੇ ਵਿਚਾਰ। ਇਮਾਦ-ਏ-ਅਸਾਦਤ ਦਾ ਕਰਤਾ ਲਿਖਦਾ ਹੈ ਕਿ ਸਿੰਘ ਬੜੇ ਜ਼ੋਰਾਵਰ, ਸ਼ੇਰਾਂ ਵਰਗੇ ਜਵਾਨ ਤੇ ਭਰਵੇਂ ਕੱਦ ਵਾਲੇ ਹਨ। ਹਰ ਸੂਰਮਾ 200 ਕੋਹ ਤੱਕ ਪ੍ਰਤੀ ਦਿਨ ਘੋੜੇ ਤੇ ਸਫ਼ਰ ਕਰ ਲੈਂਦਾ ਹੈ। ਵਲੈਤੀ ਘੋੜੇ ਨੂੰ ਤਾਂ ਉਹ ਲੱਤ ਮਾਰ ਕੇ ਹੀ ਥੱਲੇ ਸੁੱਟ ਲੈਂਦੇ ਹਨ। ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਇਹ ਵਲੈਤੀ ਫੌਜ ਉੱਤੇ ਕਿਵੇਂ ਜਿੱਤ ਪਾਉਂਦੇ। ਦੁਰਾਨੀ ਦੀ ਫੌਜ ਨੇ ਵੀ ਸਿੱਖਾਂ ਦੀ ਤੇਗ ਦੀ ਧਾਕ ਕਬੂਲ ਕੀਤੀ। ਕਰਨਲ ਪੋਲੀਅਰ ਦਿੱਲੀ ਤੋਂ 22 ਮਈ 1776 ਨੂੰ ਲਿਖੇ ਇੱਕ ਪੱਤਰ ਵਿੱਚ ਦਰਜ ਕਰਦਾ ਹੈ ਕਿ ਸਿੰਘ ਆਮ ਕਰਕੇ ਬਲਵਾਨ ਜੁੱਸੇ ਵਾਲੇ, ਕੱਦਾਵਰ ਅਤੇ ਕਠਨ ਤੋਂ ਵੀ ਕਠਨ ਕੰਮ ਕਰ ਸਕਦੇ ਹਨ। ਰਣ ਤੱਤੇ ਵਿੱਚ ਉਹ ਸ਼ੇਰਾਂ ਵਾਂਗ ਬੁੱਕਦੇ ਅਤੇ ਮੋਰਾਂ ਵਾਂਗ ਪਹਿਲਾਂ ਪਾਉਂਦੇ ਹਨ। ਬੰਦੂਕ ਚਲਾਉਣ ਵਿੱਚ ਇਹਨਾਂ ਨਾਲੋਂ ਵੱਧ ਕੇ ਇਸ ਦਾ ਕਾਰੀਗਰ ਕੋਈ ਨਹੀਂ। ਇਹ ਸੱਜੇ ਖੱਬੇ, ਅੱਗੇ ਪਿੱਛੇ ਬੜੀ ਫੁਰਤੀ ਨਾਲ ਲਗਾਤਾਰ ਗੋਲੀਆਂ ਦਾਗਣ ਵਿੱਚ ਨਿਪੁੰਨ ਹਨ। ਜੇਕਰ ਮੇਰੀ ਗੱਲ ਦਾ ਵਿਸ਼ਵਾਸ ਨਹੀਂ ਤਾਂ ਲੜਾਈ ਕਰਨ ਵਾਲਿਆਂ ਪਾਸੋਂ ਪੁੱਛ ਕੇ ਦੇਖੋ। ਲੜਾਈ ਤੋਂ ਵੱਧ ਕੇ ਇਹਨਾਂ ਦੇ ਗੁਣ ਸੁਣੋ। ਇਹ ਹੋਰਨਾਂ ਜੰਗਜੂ ਲੋਕਾਂ ਨਾਲੋਂ ਰਹਿਮ ਦਿਲ ਹਨ। ਲੜਾਈ ਵਿੱਚ ਜੇ ਕੋਈ ਨਾਮਰਦ ਹਥਿਆਰ ਇਹਨਾਂ ਅੱਗੇ ਸੁੱਟ ਦਵੇ ਜਾਂ ਨੱਸ ਜਾਵੇ ਤਾਂ ਉਸ ਨੂੰ ਕਦੇ ਨਹੀਂ ਮਾਰਦੇ। ਇਹਨਾਂ ਵਿੱਚ ਵਿਭਚਾਰ ਨਹੀਂ ਅਤੇ ਕਿਸੇ ਤ੍ਰੀਮਤ ਦਾ ਗਹਿਣਾ ਗੱਟਾ ਨਹੀਂ ਲੁੱਟਦੇ। ਖੁਲਾਸਾਤ ਤਵਾਰੀਖ ਦੇ ਲਿਖਾਰੀ ਨੇ ਲਿਖਿਆ ਹੈ, ਆਪਣੇ ਤੇ ਪਰਾਏ ਵਿੱਚ ਇਹਨਾਂ ਸਿੱਖਾਂ ਦੀ ਨਜ਼ਰ ਵਿੱਚ ਇੱਕੋ ਜਿਹੇ ਹਨ। ਦੋਸਤ ਤੇ ਦੁਸ਼ਮਣ ਇਹਨਾਂ ਲਈ ਬਰਾਬਰ ਹਨ। ਖੈਸੋ ਬੇਗਾਨਾ ਦਰ ਨਜ਼ਰੇ ਐਸ਼ਾ ਯਕਸ਼ਾ, ਦੋਸਤੋ ਦੁਸ਼ਮਣ ਦਰ ਨਜ਼ਰੇ ਐਸਾ ਬਰਾਬਰ। ਜਿੱਥੇ ਤੱਕ ਬਦਲੇ ਦਾ ਤੁਅੱਲਕ ਹੈ, ਸਿੱਖਾਂ ਨੇ ਕਦੀ ਉਹ ਵਹਿਸ਼ੀਆਨਾ ਢੰਗ ਨਹੀਂ ਅਪਣਾਇਆ ਜਿਸ ਕਿਸਮ ਦਾ ਵਰਤਾਓ 60 ਵਰ੍ਹੇ ਮੁਸਲਿਮ ਹਾਕਮ ਉਹਨਾਂ ਨਾਲ ਕਰਦੇ ਰਹੇ।
ਉਹਨਾਂ ਸ਼ਾਹੀ ਫਰਮਾਨ ਜਾਰੀ ਕੀਤੇ, ਜਿੱਥੇ ਗੁਰੂ ਨਾਨਕ ਦੇ ਸਿੱਖ ਮਿਲਣ ਉਹਨਾਂ ਨੂੰ ਉੱਥੇ ਹੀ ਕਤਲ ਕਰ ਦਿੱਤਾ ਜਾਵੇ। ਨਾਨਕ ਪ੍ਰਸਤਾ ਰਾਹ ਹਰ ਜਾ ਕੀ ਥਾ ਜਾਂ ਬੰਦ ਬਖਤਲ ਰਸਾਨੰਦ। ਕਾਜ਼ੀ ਨੂਰ ਮੁਹੰਮਦ 1763 ਵਿੱਚ ਅਹਿਮਦ ਸ਼ਾਹ ਦੁਰਾਨੀ ਦੇ 7ਵੇਂ ਹਮਲੇ ਵੇਲੇ ਉਸ ਦੇ ਨਾਲ ਆਇਆ ਅਤੇ ਸਿੰਘਾਂ ਦੇ ਕਾਰਨਾਮੇ ਜੋ ਉਸਨੇ ਅੱਖੀ ਦੇਖੇ ਬਾਰੇ ਇੰਜ ਬਿਆਨ ਕਰਦਾ ਹੈ। ਸਿੰਘਾਂ ਨੂੰ ਸੱਗ ਕੁੱਤੇ ਨਾ ਆਖੋ, ਉਹ ਤਾਂ ਸ਼ੇਰ ਦੀ ਨਿਆਈ ਹਨ। ਕੋਈ ਆਦਮੀ ਇਹਨਾਂ ਦੇ ਸਾਹਮਣੇ ਅੜ ਖੜ ਨਹੀਂ ਸਕਦਾ, ਭਾਵੇਂ ਉਹ ਕਿਤਨਾ ਹੀ ਯੋਧਾ ਤੇ ਬਲ ਵਾਲਾ ਕਿਉਂ ਨਾ ਹੋਵੇ। ਜਦ ਇਹ ਨੇਜੇ ਨੂੰ ਹੱਥ ਪਾਉਂਦੇ ਹਨ ਤਾਂ ਵੈਰੀ ਦੀ ਸੈਨਾ ਨੂੰ ਭਾਂਜ ਪਾ ਦਿੰਦੇ ਹਨ। ਜਦ ਇਹ ਕਮਾਨ ਤੇ ਚਿਲਾ ਚਾੜਦੇ ਹਨ ਤਾਂ ਵੈਰੀ ਦੀ ਜਾਨ ਲੈਣ ਵਾਲੇ ਤੀਰ ਛੱਡਦੇ ਹਨ, ਅਤੇ ਜਦ ਇਹਨਾਂ ਦਾ ਤਵਰ ਚਿਲਤੇ ਉੱਤੇ ਪੈਂਦਾ ਹੈ ਤਾਂ ਵੈਰੀ ਦਾ ਚਿਲਤਾ ਹੀ ਖੱਫਣ ਬਣ ਜਾਂਦਾ ਹੈ। ਮਿਸਟਰ ਬਰਨਸ ਦੇ ਸ਼ਬਦ ਹਨ, ਸਿੱਖ ਕੌਮ ਬਹੁਤ ਹੀ ਫਰਾਖ ਦਿਲ ਹੈ। ਮਜ਼ਹਬੀ ਭਿੰਨ ਭੇਦ ਦੇ ਬਾਵਜੂਦ ਸਿੱਖ ਰਹਿਮਦਿਲੀ ਤੋਂ ਹੀ ਕੰਮ ਲੈਂਦੇ ਹਨ। ਸਰ ਲੈਪਲ ਗ੍ਰਿਫਨ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖ ਜੰਗ ਸਮੇਂ ਵੀ ਮਨੁੱਖ ਹੀ ਰਹਿੰਦੇ ਹਨ, ਭੂਤਨੇ ਨਹੀਂ ਬਣਦੇ। ਮੈਂ ਇਹਨਾਂ ਦੇ ਇਤਿਹਾਸ ਅੰਦਰ ਔਰਤਾਂ ਦੀ ਬੇਪਤੀ ਕਰਨ ਅਤੇ ਵੈਸ਼ਿਆਨਾ ਤਸੀਹੇ ਦੇਣ ਦੀ ਕੋਈ ਘਟਨਾ ਨਹੀਂ ਪੜ੍ਹੀ। ਤਵਾਰੀਖੇ ਪੰਜਾਬ ਵਿੱਚ ਬੂਟੇ ਸ਼ਾਹ ਲਿਖਦਾ ਹੈ, ਸਿੱਖ ਜਦੋਂ ਕਿਸੇ ਵੈਰੀ ਦੇ ਕਾਫਲੇ ਉੱਤੇ ਹੱਲਾ ਬੋਲਦੇ ਹਨ ਤਾਂ ਉਹ ਮਰਦ ਦੇ ਸਿਰੋਂ ਪਗੜੀ ਕਦੇ ਨਹੀਂ ਉਤਾਰਦੇ ਅਤੇ ਨਾ ਹੀ ਔਰਤ ਦੇ ਗਹਿਣਿਆਂ ਜਾਂ ਬਸਤਰਾਂ ਨੂੰ ਹੱਥ ਪਾਉਂਦੇ ਹਨ। ਵਗਰ ਦਰ ਹੀਨੇ ਕਜ਼ਾਕੀ ਕਸੇ ਕਾਫਲਾ ਰਾ ਤਾਰਾਜ਼ ਨਮੂਦਦ ਦਸਤਾਰ ਅਜ਼ ਸਰੇ ਹਰਗਿਜ਼ ਫਰਾ ਨਾ ਮੈਂ ਆਫੂਰਦੰਦ ਵਾ ਬਰ ਪਾਰਦਾ ਵਾ ਜ਼ੇਵਰੇ ਜ਼ਨਾ ਮੁਤਲਕ ਦਸਤ ਅੰਦਾਜ਼ ਨਾ ਮਸਵੰਦ। ਪਿਆਰਾ ਸਿੰਘ ਪਦਮ ਸੰਖੇਪ ਸਿੱਖ ਇਤਿਹਾਸ ਦੇ ਪੰਨਾ 137 ਤੇ ਗਜ਼ਟੀਅਰ ਦਾ ਹਵਾਲਾ ਦੇ ਕੇ ਲਿਖਦੇ ਹਨ ਕਿ ਸਿੱਖ ਸਰਦਾਰ ਥਾਂ-ਥਾਂ ਲੰਗਰ ਲਾਉਂਦੇ ਹਨ। ਜਦੋਂ 1782 ਈਸਵੀ ਵਿੱਚ ਚਾਲੀਏ ਦਾ ਕਾਲ ਪਿਆ ਤਾਂ ਇਲਾਕੇ ਦੇ ਸਰਦਾਰ ਬੁੱਧ ਸਿੰਘ ਨੇ ਆਪਣੀ ਸਾਰੀ ਜਾਇਦਾਦ ਵੇਚ ਕੇ ਲੋਕਾਈ ਲਈ ਲੰਗਰ ਲਗਾ ਦਿੱਤੇ। ਡਾਕਟਰ ਹਰੀ ਰਾਮ ਗੁਪਤਾ ਹਿਸਟਰੀ ਆਫ ਦੀ ਸਿੱਖਮ ਦੀ ਪਹਿਲੀ ਜਿਲਦ ਦੇ ਪੰਨਾ 272 ਤੇ ਕਮਲਬੰਦ ਕਰਦੇ ਹਨ। ਸਿੰਘਾਂ ਨੇ ਪੰਜਾਬ ਲਈ ਬੀਰ ਭੂਮੀ ਜਾਂ ਸੂਰਮਿਆਂ ਦਾ ਦੇਸ਼ ਆਖੇ ਜਾਣ ਦਾ ਮਾਣ ਜਿਤਾਇਆ। ਉਹਨਾਂ ਦੇ ਮਾਣ ਮੱਤੇ ਵਾਲੀ ਗੱਲ ਸਹੀ ਹੈ ਕਿ ਉਹਨਾਂ 800 ਵਰ੍ਹਿਆਂ ਤੋਂ ਵਹਿੰਦੇ ਵਿਦੇਸ਼ੀ ਜਰਵਾਣਿਆਂ ਦੇ ਹਮਲਿਆਂ ਨੂੰ ਠੱਲ ਪਾ ਦਿੱਤੀ। ਇਸ ਕਰਕੇ ਉੱਤਰੀ ਹਿੰਦ ਦੇ ਵਸਨੀਕ ਆਮ ਤੌਰ ਤੇ ਪੰਜਾਬ ਵਾਸੀ ਅਤੇ ਖਾਸ ਤੌਰ ਤੇ ਸਿੱਖਾਂ ਦੇ ਅਤਿਅੰਤ ਰਿਣੀ ਹਨ। ਇੰਜ ਮੁਸਲਮਾਨ, ਅੰਗਰੇਜ਼ ਅਤੇ ਹਿੰਦੂ ਲੇਖਕਾਂ ਨੇ ਸਿੰਘਾਂ ਦੀ ਬਹਾਦਰੀ, ਕੁਰਬਾਨੀ, ਆਚਰਣ ਅਤੇ ਆਜ਼ਾਦੀ ਵਾਲੀ ਮਹਾਨ ਸੋਚ ਨੂੰ ਖੂਬ ਦਰਸਾਇਆ ਅਤੇ ਵਡਿਆਇਆ ਹੈ। ਐਸੀ ਲੋਕ ਭਲਾਈ, ਲੋਕ ਰਾਜ, ਇਨਸਾਫ ਅਤੇ ਆਪਣੇ ਹੱਕ ਪ੍ਰਾਪਤ ਕਰਨ ਦੀ ਮਿਸਾਲ ਉਸ ਸਮੇਂ ਦੇ ਇਤਿਹਾਸ ਵਿੱਚ ਸੰਸਾਰ ਅੰਦਰ ਘੱਟ ਹੀ ਮਿਲਦੀ ਹੈ। ਹਿੰਦ ਅੰਦਰ ਪੰਜਾਬ ਦੀ ਧਰਤੀ ਤੇ ਇਹਨਾਂ ਕੁਰਬਾਨੀਆਂ ਸਦਕਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਤੋਂ ਜਮਰੋਦ ਤੱਕ ਸ਼ਾਨਦਾਰ ਸਿੱਖ ਰਾਜ ਸਥਾਪਿਤ ਕੀਤਾ। ਕਰੋੜ ਸਿੰਘੀਆਂ ਮਿਸਲ। ਕਰੋੜ ਸਿੰਘੀਆਂ ਮਿਸਲ ਸਭ ਤੋਂ ਵੱਡੀ, ਉੱਚੀ ਸੁੱਚੀ ਅਤੇ ਵਰਿਆਮ ਯੋਧਿਆਂ ਦੀ ਹੋਂਦ ਕਾਰਨ ਬੜੀ ਤਾਕਤਵਰ ਸੀ। ਬੂਟੇ ਸ਼ਾਹ ਤਵਾਰੀਖ-ਈ ਪੰਜਾਬ, ਡਾਕਟਰ ਗੰਡਾ ਸਿੰਘ ਅਤੇ ਰਤਨ ਸਿੰਘ ਭੰਗੂ ਦੀਆਂ ਲਿਖਤਾਂ ਦਰਸਾਉਂਦੀਆਂ ਹਨ ਕਿ ਸ਼ਾਮ ਸਿੰਘ ਸੰਧੂ ਪਿੰਡ ਨਾਰਲੀ ਮਸਤਾਨ ਸਿੰਘ ਜੀ ਦੇ ਡੇਰੇ ਵਿੱਚ ਗੁਰਮੁਖੀ ਵਿੱਦਿਆ, ਸ਼ਸਤਰ ਵਿੱਦਿਆ ਅਤੇ ਕੀਰਤਨ ਵਿੱਦਿਆ ਸਿੱਖਦੇ ਸਨ। ਇਹਨਾਂ ਇੱਥੇ ਰਹਿ ਕੇ ਹੀ ਮਸਤਾਨ ਸਿੰਘ ਜੀ ਤੋਂ ਖੰਡੇ ਬਾਟੇ ਦੀ ਪਹੁਲ ਛਕੀ। ਮਸਤਾਨ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਸੈਨਾ ਵਿੱਚ ਜਥੇਦਾਰ ਸਨ। ਮੁਗਲਾਂ ਨਾਲ ਲੜਾਈ ਸਮੇਂ ਚੱਪੜ ਚਿੜੀ ਸਰਹੰਦ ਲਾਗੇ ਜੰਗੇ ਮੈਦਾਨ 'ਚ ਇਹ ਸ਼ਹੀਦ ਹੋ ਗਏ। ਉਪਰੰਤ ਕਪੂਰ ਸਿੰਘ ਸਿੰਘਾਪੁਰੀਆ ਡੇਰੇ ਦੇ ਮੁਖੀ ਬਣੇ। ਇਹਨਾਂ ਦੇ ਸਮੇਂ ਸ਼ਾਮ ਸਿੰਘ ਦਲ ਖਾਲਸਾ ਦੀ ਹਰ ਕਾਰਵਾਈ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਕਪੂਰ ਸਿੰਘ ਦੇ ਪਰਲੋਕ ਗਮਨ ਪਿੱਛੋਂ ਮਿਸਲ ਦੀ ਵਾਗਡੋਰ ਸਰਦਾਰ ਸ਼ਾਮ ਸਿੰਘ ਨੇ ਸੰਭਾਲੀ। ਰਤਨ ਸਿੰਘ ਭੰਗੂ ਜੀ ਕਥਨ ਕਰਦੇ ਹਨ ਕਿ ਸ਼ਾਮ ਸਿੰਘ ਮੇਰੇ ਨਾਨਾ ਜੀ ਸੀ। ਉਹਨਾਂ ਦਾ ਸੁਭਾਅ ਬੜਾ ਹੀ ਦਰਿਆਦਲ, ਬੋਲੀ ਮਿੱਠੀ, ਗੁਰਬਾਣੀ ਦੇ ਰਸੀਏ ਤੇ ਜਸੀਏ ਅਤੇ ਆਏ ਗਏ ਹਰੇਕ ਵਰਗ ਲਈ ਲੰਗਰ ਹਮੇਸ਼ਾ ਚਾਲੂ ਰੱਖਦੇ ਸੀ। ਉਹ ਆਪ ਵੀ ਅੰਮ੍ਰਿਤਧਾਰੀ ਸਨ ਅਤੇ ਹੋਰਾਂ ਨੂੰ ਇਸ ਵਿਧਾਨ 'ਚ ਪ੍ਰਵੇਸ਼ ਕਰਨ ਲਈ ਤਤਪਰ ਰਹਿੰਦੇ ਸਨ। ਸ਼ਾਮ ਸਿੰਘ ਜੀ ਦੇ ਔਲਾਦ ਨਾ ਹੋਣ ਕਰਕੇ ਉਹਨਾਂ ਪਿੱਛੋਂ 1739 'ਚ ਡੇਰੇ ਦੀ ਸਾਂਭ ਸੰਭਾਲ ਉਹਨਾਂ ਦੇ ਭਤੀਜੇ ਕਰਮ ਸਿੰਘ ਨੇ ਸੰਭਾਲੀ। ਕਰਮ ਸਿੰਘ ਨੇ ਦੀਵਾਨ ਦਰਬਾਰਾ ਸਿੰਘ ਦੀ ਹੱਲਾਸ਼ੇਰੀ ਤੇ ਅੰਮ੍ਰਿਤਪਾਨ ਕੀਤਾ।
ਜਲੰਧਰ ਦੀ ਜੰਗ ਜੋ ਨਾਸੀਰ ਉਦ ਦੀਨ ਅਤੇ ਦੀਨਾ ਬੇਗ ਵਿਚਕਾਰ ਹੋਈ ਵਿੱਚ ਅਦੀਨਾ ਬੇਗ ਦੀ ਮਦਦ ਕਰਦਿਆਂ ਨਾਸੀਰ ਉਦ ਦੀਨ ਦੇ ਮੁੱਖ ਸਿਪਾਹ ਸਲਾਰ ਖੈਰ ਸ਼ਾਹ ਦਾ ਸੀਸ ਕਰਮ ਸਿੰਘ ਨੇ ਕਲਮ ਕਰ ਦਿੱਤਾ। ਇਸ ਕਾਰਨ ਕਰਮ ਸਿੰਘ ਨੂੰ ਨਿਡਰ ਅਤੇ ਬਹਾਦਰ ਯੋਧਾ ਗਰਦਾਨਿਆ। ਇਸਨੇ ਆਪਣੇ ਬਲਬੂਤੇ ਤੇ ਉਹਨਾਂ ਲੋਕਾਂ ਨੂੰ ਮੁੜ ਸਿੱਖੀ ਗ੍ਰਹਿਣ ਕਰਾਈ ਜਿਨ੍ਹਾਂ ਨੂੰ ਜ਼ਕਰੀਏ ਨੇ ਧੱਕੇ ਨਾਲ ਮੁਸਲਮਾਨ ਬਣਾਇਆ ਸੀ। ਕੁਦਰਤੀ ਕਰਮ ਸਿੰਘ ਦੇ ਵੀ ਕੋਈ ਪੁੱਤਰ ਨਹੀਂ ਸੀ, ਜਿਸ ਕਾਰਨ ਕਰਮ ਸਿੰਘ ਦੀ ਮੌਤ ਉਪਰੰਤ ਭਾਈ ਕਰੋੜਾ ਸਿੰਘ ਵਿਰਕ ਮਾਝੇ ਦਾ ਜ਼ਿਮੀਂਦਾਰ ਉਸ ਦਾ ਜਾਨ ਨਸ਼ੀਨ ਬਣਿਆ। ਇਹ ਬਾਰਕੀ ਪਿੰਡ ਜ਼ਿਲ੍ਹਾ ਲਾਹੌਰ ਦਾ ਵਸਨੀਕ ਸੀ। ਕਰੋੜਾ ਸਿੰਘ ਨੇ ਇਲਾਕੇ ਦੇ ਬਹੁਤ ਸਾਰੇ ਨੌਜਵਾਨ ਆਪਣੇ ਦਲ ਵਿੱਚ ਭਰਤੀ ਕੀਤੇ। ਉਪਰੰਤ ਇਸਨੇ ਮਿਸਲ ਅਧੀਨ ਹਰਿਆਣਾ ਅਤੇ ਸ਼ਾਮ 84 ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦੇ ਇਲਾਕੇ ਲੈ ਆਂਦੇ। ਇਸ ਦੇ ਸ਼ਾਨਦਾਰ ਪ੍ਰਬੰਧ ਦੇ ਕਾਰਨ ਡੇਰੇ ਨੇ ਉੱਚ ਬੁਲੰਦੀਆਂ ਛੋਹੀਆਂ। ਬੜੀ ਜਲਦੀ ਇਸ ਦੇ ਘੋੜਸਵਾਰਾਂ ਦੀ ਗਿਣਤੀ 8000 ਤੱਕ ਜਾ ਪਹੁੰਚੀ। ਕਰੋੜਾ ਸਿੰਘ ਦੀ ਦਿਆਨਤਦਾਰੀ, ਪ੍ਰਭਾਵੀ ਲੀਡਰਸ਼ਿਪ ਅਤੇ ਦਲੇਰੀ ਨੂੰ ਮੁੱਖ ਰੱਖਦਿਆਂ ਮਿਸਲ ਦਾ ਨਾਂ ਕਰੋੜ ਸਿੰਘੀਆ ਮਿਸਲ ਪੈ ਗਿਆ। ਕਰੋੜਾ ਸਿੰਘ ਨੇ ਮਹਾਰਾਜਾ ਭਰਤਪੁਰ ਦੀ ਮਦਦ ਕਰਕੇ ਕਈ ਜਿੱਤਾਂ ਦਿਵਾਈਆਂ। ਅਫਗਾਨ ਬੁਲੰਦ ਖਾਂ ਨਾਲ ਮੱਥਾ ਲਾਇਆ ਅਤੇ ਉਸ ਦਾ ਖਜ਼ਾਨਾ ਲੁੱਟਿਆ। ਉਰਮੁੜ ਟਾਂਡਾ ਦੀ ਲੜਾਈ ਵਿੱਚ ਦੀਵਾਨ ਬਿਸੰਬਰ ਦਾਸ ਨੂੰ ਕਤਲ ਕੀਤਾ। ਇਸ ਦੀ ਸੂਰਬੀਰਤਾ ਅਤੇ ਯੁੱਧ ਕਲਾ ਨੂੰ ਸੁਣ ਰਾਜਸਥਾਨ ਦੇ ਰਾਜਾ ਡੇਕ ਨੇ ਮਦਦ ਲਈ ਤਾਲਮੇਲ ਕੀਤਾ ਅਤੇ 1 ਰੁਪਏ ਪ੍ਰਤੀ ਦਿਨ ਘੋੜਸਵਾਰ ਨੂੰ ਦੇਣਾ ਮੰਨਿਆ। ਭਾਈ ਕਰੋੜਾ ਸਿੰਘ 5000 ਘੋੜਸਵਾਰ ਲੈ ਕੇ ਅਜ਼ੀਮਾਬਾਦ ਤਰਾਵੜੀ ਪਹੁੰਚੇ, ਪਰ ਕੰਜਪੁਰਾ ਦੇ ਨਵਾਬ ਦੀਆਂ ਫੌਜਾਂ ਦੇ ਨਾਲ ਜੰਗ ਵਿੱਚ ਜੋਹਰ ਦਿਖਾਉਂਦੇ 1761 ਵਿੱਚ ਸ਼ਹੀਦ ਹੋ ਗਏ। ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਇੱਕ ਦਿਨ ਸਿੰਘ ਜਦ ਘੋੜਿਆਂ ਲਈ ਖੇਤਾਂ ਵਿੱਚ ਘਾਹ ਵਗੈਰਾ ਲੈਣ ਗਏ ਤਾਂ ਉੱਥੇ ਜ਼ਿਮੀਂਦਾਰਾਂ ਨਾਲ ਟਕਰਾਅ ਹੋ ਗਿਆ। ਇੱਕ ਜ਼ਿਮੀਂਦਾਰ ਨੇ ਗੁੱਸੇ 'ਚ ਆ ਕੇ ਜਥੇਦਾਰ ਕਰੋੜਾ ਸਿੰਘ ਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ ਤੇ ਉਹ ਪ੍ਰਾਣ ਤਿਆਗ ਗਿਆ। ਭਾਈ ਕਰੋੜਾ ਸਿੰਘ ਦੇ ਕੋਈ ਔਲਾਦ ਨਹੀਂ ਸੀ। ਇਹਨਾਂ ਦੀ ਮੌਤ ਉਪਰੰਤ ਸਰਬਸੰਮਤੀ ਨਾਲ 1761 ਨੂੰ ਭਾਈ ਬਘੇਲ ਸਿੰਘ ਨੂੰ ਕਰੋੜ ਸਿੰਘੀਆ ਮਿਸਲ ਦਾ ਜਥੇਦਾਰ ਨਿਯੁਕਤ ਕਰ ਦਿੱਤਾ। ਬਘੇਲ ਸਿੰਘ ਨੇ ਕਰੋੜ ਸਿੰਘੀਆ ਮਿਸਲ ਨੂੰ ਸ਼ਕਤੀਸ਼ਾਲੀ ਬਣਾਉਣਾ। ਮਿਸਲ ਦੀ ਸਰਦਾਰੀ ਪੰਥਕ ਸੂਝ-ਬੂਝ, ਅਧਿਆਤਮਕ ਜੀਵਨ, ਕੁਰਬਾਨੀ, ਤਪ ਤਿਆਗ ਅਤੇ ਕੀਤੀ ਸੇਵਾ ਘਾਲਣਾ ਤੋਂ ਬਗੈਰ ਪ੍ਰਾਪਤ ਨਹੀਂ ਹੁੰਦੀ ਸੀ। ਭਾਈ ਬਘੇਲ ਸਿੰਘ ਦੀ ਸਰਬਾਂਗੀ ਸ਼ਖਸੀਅਤ ਸਰੀਰਕ ਅਤੇ ਮਾਨਸਿਕ ਗੁਣਾਂ ਦਾ ਸੁਮੇਲ ਸੀ। ਸਰਦਾਰ ਰੂਪ ਸਿੰਘ ਅਨੁਸਾਰ ਭਾਵੇਂ ਬੁੱਧੀ ਸ਼ਖਸੀਅਤ ਦਾ ਖਾਸ ਗੁਣ ਹੈ, ਪਰ ਬੁੱਧੀ ਯੋਗਤਾ ਦੇ ਨਾਲ-ਨਾਲ ਸਰੀਰਕ ਅਤੇ ਮਾਨਸਿਕ ਸ਼ਕਤੀਆਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਵਿੱਚ ਯਾਦਦਾਸ਼ਤ, ਕਲਪਨਾ, ਤਰਕ ਤੇ ਧਿਆਨ ਸ਼ਕਤੀ, ਵਿਅਕਤੀਤਵ ਦੇ ਗੁਣ ਧੁਰ ਦਰਗਾਹੋਂ ਰੱਬੀ ਕਿਰਪਾ ਸਦਕਾ ਹੀ ਹੁੰਦੇ ਹਨ। ਜੇ ਕੋਈ ਵੱਡਾ ਸੂਰਮਾ ਹੈ ਤਾਂ ਇਹ ਸੂਰਮ ਗਤੀ ਵੀ ਪ੍ਰਭੂ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦੀ। ਗੁਰਬਾਣੀ ਦੇ ਮਹਾਵਾਕ ਹਨ, ਅਤ ਸੂਰਾ ਜੋ ਕਉ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ। ਭਾਈ ਬਘੇਲ ਸਿੰਘ ਅੰਦਰ ਬਹਾਦਰੀ, ਦਲੇਰੀ, ਤਿਆਗ, ਦੂਰਦਰਸ਼ੀ, ਜ਼ਬਤ ਆਦਿ ਗੁਣਾਂ ਤੋਂ ਇਲਾਵਾ ਜਥੇਬੰਦੀ ਨੂੰ ਸੰਗਠਨ ਕਰਨ ਦੀ ਮਨ ਵਿੱਚ ਰੋਹ ਕਾਰਨ ਕਰੋੜ ਸਿੰਘੀਆ ਮਿਸਲ ਦਾ ਮੁਖੀ ਬਣਾਇਆ ਗਿਆ। ਕਈ ਇਤਿਹਾਸਕ ਲਿਖਤਾਂ ਅਨੁਸਾਰ ਭਾਈ ਕਰੋੜਾ ਸਿੰਘ ਨੇ ਜਿਉਂਦੇ ਜੀ ਕਹਿ ਦਿੱਤਾ ਸੀ ਕਿ ਮੇਰੇ ਪਿੱਛੋਂ ਬਘੇਲ ਸਿੰਘ ਮਿਸਲ ਦਾ ਸਰਦਾਰ ਹੋਵੇਗਾ। ਇਹਨਾਂ ਦੀ ਹਿੰਮਤ, ਯੋਗਤਾ ਅਤੇ ਤਕਬੀਰ ਸਦਕਾ ਇਹ ਮਿਸਲ ਸਭ ਮਿਸਲਾਂ ਨਾਲੋਂ ਵੱਡੀ ਅਤੇ ਤਾਕਤਵਰ ਬਣੀ। ਸੋ ਬਘੇਲ ਸਿੰਘ ਬਾਰੇ ਇਹ ਕਹਿਣਾ ਬਣਦਾ ਹੈ, ਸ਼ੇਰ ਵਾਂਗੂ ਗੱਜਣਾ, ਵੈਰੀ ਦੇ ਸਿੰਨੇ ਵੱਜਣਾ, ਗੁਰੂ ਦੇ ਸਿੰਘ ਦਾ ਕਾਜ ਸੀ, ਰਣ ਵਿੱਚੋਂ ਕਦੇ ਨਹੀਂ ਭੱਜਣਾ, ਓਏ ਮੇਰਿਆ ਸੱਜਣਾ, ਇਹ ਉਸ ਦਾ ਨਾਦ ਸੀ। ਦਿਲ ਛਪਾਉਣਾ ਆਪਣਾ ਤੇ ਦਿਲ ਹਿਲਾਉਣਾ ਵੈਰੀ ਦਾ, ਇਹ ਉਸ ਦਾ ਵਿਸਮਾਦ ਸੀ। ਝੰਡਾ ਉਠਾਉਣਾ ਪੰਥ ਦਾ ਤੇ ਸ਼ਬਦ ਗਾਉਣਾ ਗੁਰੂ ਗ੍ਰੰਥ ਦਾ, ਇਹੀ ਸਿੰਘ ਬਘੇਲ ਦਾ ਰਾਜ ਸੀ। ਸਰਦਾਰ ਬਘੇਲ ਸਿੰਘ ਨੂੰ ਸ਼ੱਕ ਹੋਇਆ ਕਿ ਰਾਜੇ ਡੇਕ ਕੁਮਹੇਰ ਨੇ ਭਾਈ ਕਰੋੜਾ ਸਿੰਘ ਨੂੰ ਕਿਸੇ ਗੁੱਜੀ ਨੀਤੀ ਅਧੀਨ ਮਰਵਾਇਆ ਹੋਵੇਗਾ। ਮਿਸਲ ਦੀ ਸਰਦਾਰੀ ਦੀਆਂ ਸਭ ਰਸਮਾਂ ਪੂਰਨ ਕਰਕੇ ਸਰਦਾਰ ਸਿੱਖ ਫੌਜ ਲੈ ਤਰਾਵੜੀ ਵੱਲ ਚੱਲ ਪਿਆ। ਸਿੱਖ ਫੌਜ ਦਾ ਜਦੋਂ ਉਸ ਵੱਲ ਆਉਣਾ ਸੁਣਿਆ ਤਾਂ ਉਸਨੇ ਜੰਗ ਦੀ ਤਿਆਰੀ ਕਰ ਲਈ ਅਤੇ ਆਪਣੇ ਇਲਾਕੇ ਵਿੱਚ ਦਾਖਲੇ ਤੇ ਰੋਕ ਲਈ ਫੌਜ ਤੈਨਾਤ ਕਰ ਦਿੱਤੀ। ਸਿੱਖਾਂ ਨੇ ਪਹੁੰਚ ਕੇ ਰਾਜੇ ਦੀ ਫੌਜ ਦੇ ਅਧਿਕਾਰੀਆਂ ਨੂੰ ਡਰਾਵਾ ਦਿੱਤਾ ਕਿ ਜਾਂ ਤਾਂ ਕੀਤੇ ਇਕਰਾਰਨਾਮੇ ਅਨੁਸਾਰ ਧਨ ਦੇ ਦਿਓ, ਨਹੀਂ ਤਾਂ ਕੁਮਹੇਰ ਸ਼ਹਿਰ ਉਜਾੜ ਦਿਆਂਗੇ। ਰਾਜਾ ਇਹ ਦੇਖ ਘਬਰਾ ਗਿਆ ਤੇ ਆਪਣਾ ਵਕੀਲ ਗੱਲਬਾਤ ਲਈ ਭੇਜਿਆ। ਵਕੀਲ ਨੇ ਸਰਦਾਰ ਬਘੇਲ ਸਿੰਘ ਨਾਲ ਗੱਲਬਾਤ ਦੌਰਾਨ ਆਖਿਆ ਕਿ ਤੁਸੀਂ ਫੌਜ ਵਾਪਸ ਲੈ ਜਾਓ। ਬਘੇਲ ਸਿੰਘ ਦੇ ਫੌਜ ਵਾਪਸ ਲਿਜਾਣ ਤੋਂ ਨਾ ਕਰਨ ਤੇ
ਰਾਜੇ ਨੇ ਜਥੇਦਾਰ ਨੂੰ ਆਪਣੇ ਮਹਿਲਾਂ 'ਚ ਬੁਲਾਇਆ, ਬੜਾ ਆਦਰ ਮਾਣ ਕੀਤਾ ਤੇ ਕੁਝ ਸ਼ਾਹੀ ਵਸਤਾਂ ਵੀ ਭੇਟ ਕੀਤੀਆਂ। ਦੂਜੇ ਪਾਸੇ ਜੱਸਾ ਸਿੰਘ ਆਹਲੂਵਾਲੀਆ ਰਾਜੇ ਦੀਆਂ ਫੌਜਾਂ ਨਾਲ ਮੁੱਠ ਭੇੜ ਸਮੇਂ ਫੱਟੜ ਹੋ ਗਏ। ਅਖੀਰ ਰਾਜੇ ਨੇ 10,000 ਰੁਪਏ ਦੇ ਕੇ ਖਹਿੜਾ ਛੁਡਾਇਆ। ਸਰਦਾਰ ਬਘੇਲ ਸਿੰਘ ਕੁਝ ਦਿਨ ਉੱਥੇ ਰਹਿ ਕੇ ਜਲੰਧਰ ਦੁਆਬ ਵੱਲ ਆ ਗਏ। ਤਲਵਣ ਦਾ ਮੁਖੀ ਮੁਹੰਮਦ ਖਾਨ ਸਰਦਾਰ ਕਰੋੜਾ ਸਿੰਘ ਦਾ ਚੰਗਾ ਦੋਸਤ ਸੀ। ਉਸ ਪਾਸ 300 ਦੇ ਕਰੀਬ ਘੋੜਸਵਾਰ ਸੂਰਮੇ ਸਨ। ਸਰਦਾਰ ਬਘੇਲ ਸਿੰਘ ਵੀ ਮੁਹੰਮਦ ਖਾਨ ਦੀ ਹਮੇਸ਼ਾ ਮਦਦ ਕਰਦਾ ਸੀ। ਅਹਿਮਦ ਸ਼ਾਹ ਨੇ ਜਦੋਂ ਪੰਜਾਬ ਤੇ ਹਮਲਾ ਕੀਤਾ ਤਾਂ ਮੁਹੰਮਦ ਖਾਨ ਬਚਾਅ ਲਈ ਨੂਰ ਮਹਿਲ ਦੀ ਸਰਾਂ ਵਿੱਚ ਲੁਕ ਗਿਆ। ਅਬਦਾਲੀ ਦੇ ਚਲੇ ਜਾਣ ਉਪਰੰਤ ਖਾਨ ਨੇ ਇਸ ਦੀ ਮਦਦ ਲਈ ਆਪਣੇ ਭਤੀਜੇ ਹਮੀਰ ਸਿੰਘ ਨੂੰ 3000 ਘੋੜ ਚੜੇ ਸਿੰਘ ਭੇਜੇ। ਰਸਤੇ ਵਿੱਚ ਹਮੀਰ ਸਿੰਘ ਦੀਆਂ ਹੋਰ ਸਿੱਖ ਜਥਿਆਂ ਨਾਲ ਟੱਕਰ ਹੋਣ ਕਰਕੇ ਉਹ ਫੱਟੜ ਹੋ ਗਿਆ। ਕੁਝ ਸਮੇਂ ਬਾਅਦ ਮੀਆਂ ਮੁਹੰਮਦ ਤਲਵਣ ਆ ਗਿਆ। ਇਸ ਸਮੇਂ ਕੁਦਰਤੀ ਬਘੇਲ ਸਿੰਘ ਵੀ ਸੈਨਿਕਾਂ ਨਾਲ ਤਲਵਣ ਹੀ ਡੇਰਾ ਲਾਈ ਬੈਠਾ ਸੀ। ਕਹਿੰਦੇ ਹਨ ਕਿ ਜੱਸਾ ਸਿੰਘ ਆਹਲੂਵਾਲੀਆ ਨੇ ਬਘੇਲ ਸਿੰਘ ਨੂੰ ਭੇਦ ਭਰਿਆ ਪੱਤਰ ਲਿਖਿਆ ਕਿ ਤੂੰ ਹੁਣ ਤਲਵਣ ਆਪਣੇ ਅਧੀਨ ਕਰ ਲੈ। ਇਹ ਗੱਲ ਨਾ ਹੋਵੇ ਕਿ ਮੀਏ ਨੂੰ ਹਰਾ ਕੇ ਇਸ ਤੇ ਕੋਈ ਹੋਰ ਕਾਬਜ਼ ਹੋ ਜਾਵੇ। ਬਘੇਲ ਸਿੰਘ ਬੜਾ ਚਤਰ, ਜਾਂਬਾਜ਼ ਅਤੇ ਇਨਕਲਾਬੀ ਯੋਧਾ ਸੀ। ਇਸਨੇ ਮੀਏ ਨੂੰ ਕਿਹਾ, ਮੀਆਂ ਸਾਹਿਬ, ਸਾਨੂੰ ਛੋਟਾ ਜਿਹਾ ਕਿਲਾ ਬਣਾਉਣ ਲਈ ਤਲਵਣ 'ਚ ਜਗ੍ਹਾ ਦੇ ਦਿਓ। ਇਸ ਨਾਲ ਕਿਸੇ ਬਾਹਰੀ ਹਮਲੇ ਤੋਂ ਤੁਹਾਡਾ ਤੇ ਸਾਡਾ ਬਚਾਅ ਹੋ ਸਕੇਗਾ। ਮੀਆਂ ਨੇ ਕਿਲਾ ਬਣਾਉਣ ਲਈ ਥਾਂ ਦੇ ਦਿੱਤੀ ਅਤੇ ਸਿੰਘਾਂ ਨੇ 1 ਮਹੀਨੇ 'ਚ ਕਿਲਾ ਉਸਾਰ ਦਿੱਤਾ। ਫਿਰ ਕਿਲੇ ਵਿੱਚ ਥਾਣਾ ਵੀ ਸਥਾਪਿਤ ਕਰ ਦਿੱਤਾ। ਇਤਿਹਾਸਕ ਵੇਰਵੇ ਅਨੁਸਾਰ ਬਘੇਲ ਸਿੰਘ ਨੇ ਪੂਰੀ ਤਰ੍ਹਾਂ ਕਬਜ਼ਾ ਨਹੀਂ ਸੀ ਕੀਤਾ, ਪਰ ਮੀਏ ਤੋਂ ਇਲਾਕੇ ਨੂੰ ਪ੍ਰਾਪਤ ਹੋਏ ਮਾਲੀਏ 'ਚੋਂ ਚੌਥਾ ਹਿੱਸਾ ਵਸੂਲ ਕਰਦਾ ਸੀ। ਬਘੇਲ ਸਿੰਘ ਨੇ ਜੀਵਨ ਵਿੱਚ ਬੜੀਆਂ ਮਾਰਾਂ ਮਾਰੀਆਂ, ਜਿਵੇਂ ਉਸ ਦੇ ਜੀਵਨ ਪੰਧ ਅਤੇ ਅਗਲੇਰੇ ਅਧਿਆਇਆਂ ਵਿੱਚ ਵਰਣਨ ਕੀਤਾ ਗਿਆ ਹੈ। ਸਰਦਾਰ ਭਗਤ ਸਿੰਘ ਨੇ ਅ ਹਿਸਟਰੀ ਆਫ ਦੀ ਸਿੱਖ ਮਿਸਲਸ ਵਿੱਚ ਲਿਖਿਆ ਹੈ ਕਿ 1783 ਵਿੱਚ ਬਘੇਲ ਸਿੰਘ ਦੀ ਕਮਾਨ ਹੇਠ 60,000 ਸੈਨਿਕ ਸਨ। ਇਸੇ ਕਰਕੇ ਰਤਨ ਸਿੰਘ ਭੰਗੂ ਨੇ ਇਹ ਸ਼ਬਦ ਅੰਕਿਤ ਕੀਤੇ, ਸਭ ਮਿਸਲੋਂ ਤੇ ਇਹ ਵਡੇਰੀ, ਤਾਕਤਵਰ ਵਰਿਆਮ ਉਚੇਰੀ। ਮਿਸਲ ਦੀ ਸਰਦਾਰੀ ਮਿਲਣ ਉਪਰੰਤ ਬਘੇਲ ਸਿੰਘ ਨੇ 1761 ਤੋਂ 1802 ਤਕਰੀਬਨ 41 ਸਾਲ ਸਰਦਾਰੀ ਕੀਤੀ ਅਤੇ ਕਰੋੜ ਸਿੰਘੀਆਂ ਮਿਸਲ ਨੂੰ ਬੁਲੰਦੀਆਂ ਤੇ ਪਹੁੰਚਾਇਆ। ਇਹਨਾਂ ਦੇ ਕਾਲ ਚਲਾਣੇ ਪਿੱਛੋਂ ਭਾਈ ਜੋਤ ਸਿੰਘ, ਜੋ ਭਾਈ ਸਾਹਿਬ ਦੇ ਅਨੰਨ ਦੋਸਤ ਸਰਦਾਰ ਗੁਰਬਖਸ਼ ਸਿੰਘ ਦਾ ਪੁੱਤਰ ਸੀ, ਮਿਸਲ ਦਾ ਉੱਤਰਾਧਿਕਾਰੀ ਬਣਿਆ। ਭਾਗ ਸਿੰਘ ਆਪਣੀ ਲਿਖਤ ਤਾਰੀਖ-ਈ ਖਾਨਦਾਨ ਈ ਰਿਆਸਤ ਕਲਸੀਆਂ, ਜਿਸ ਦੇ ਐਡੀਟਰ ਠਾਕਰ ਨਗੀਨਾ ਰਾਮ ਸਨ ਅਤੇ ਜੋ 1930 ਵਿੱਚ ਛਪੀ, ਪੰਨਾ 533 ਤੋਂ 537 ਤੇ ਭਾਈ ਜੋਤ ਸਿੰਘ ਵੱਲੋਂ ਜਲਾਲਾਬਾਦ, ਭਰਤਪੁਰ, ਤਲਵਣ ਅਤੇ ਕੁੜਾਮ ਦੀਆਂ ਜੰਗਾਂ ਵਿੱਚ ਛਾਤੀ ਤਾਣ ਕੇ ਮਦਦ ਕੀਤੀ ਸੀ। ਜੋਤ ਸਿੰਘ ਵੀ ਬੜਾ ਫੁਰਤੀਲਾ, ਛੈਲ ਛਬੀਲਾ ਤੇ ਜਟੀਲਾ ਯੋਧਾ ਸੀ। ਇਹ ਲਾਹੌਰ ਜ਼ਿਲ੍ਹੇ ਦੀ ਤਹਿਸੀਲ ਕਸੂਰ ਦੇ ਪਿੰਡ ਕਲਸੀਆਂ ਦਾ ਵਸਨੀਕ ਸੰਧੂ ਜੱਟ ਸੀ। ਇਸਨੇ ਖਜਾਨ ਸਿੰਘ ਤੋਂ ਛਛਰੋਲੀ ਅਤੇ ਡੇਰਾ ਬਸੀ ਖੋਹ ਲਏ। ਜੋਤ ਸਿੰਘ ਦਾ ਪੁੱਤਰ ਹਰੀ ਸਿੰਘ ਪਟਿਆਲੇ ਦੇ ਰਾਜੇ ਸਾਹਿਬ ਸਿੰਘ ਦੀ ਲੜਕੀ ਕਰਮ ਕੌਰ ਨਾਲ ਵਿਆਹਿਆ ਹੋਇਆ ਸੀ। ਸੰਨ 1807 ਵਿੱਚ ਹਰੀ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸ਼ਾਮਲ ਹੋ ਲੜਿਆ ਸੀ, ਜਿਸ ਬਦਲੇ ਸ਼ੇਰੇ ਪੰਜਾਬ ਨੇ ਉਸ ਨੂੰ ਖੁਸ਼ ਹੋ ਕੇ ਨਾਰਾਇਣਗੜ੍ਹ ਦਾ ਪਰਗਣਾ ਸੰਭਾਲ ਦਿੱਤਾ। ਇਸ ਤੋਂ ਇਲਾਵਾ ਬਡਾਲਾ, ਕਨੇਰੀ ਅਤੇ ਝਬਾਲ ਦਾ ਇਲਾਕਾ ਵੀ ਸ਼ਾਮਲ ਸੀ। ਸਰਦਾਰ ਹਰੀ ਸਿੰਘ 1817 ਵਿੱਚ ਮੁਲਤਾਨ ਦੀ ਜੰਗ ਵਿੱਚ ਸ਼ਹੀਦ ਹੋ ਗਿਆ। ਇਸ ਪਿੱਛੋਂ ਕਰੋੜ ਸਿੰਘੀਆ ਮਿਸਲ ਦਾ ਸਾਰਾ ਇਲਾਕਾ ਕਲਸੀਆ ਪਰਿਵਾਰ ਵਿੱਚ ਸ਼ਾਮਲ ਹੋ ਗਿਆ। ਹਰੀ ਸਿੰਘ ਪਿੱਛੋਂ ਇਸ ਦਾ ਲੜਕਾ ਲਹਿਣਾ ਸਿੰਘ 1858 ਤੱਕ ਕਾਬਜ਼ ਰਿਹਾ। ਸੋਭਾ ਸਿੰਘ ਦਾ ਪੁੱਤਰ ਲਹਿਣਾ ਸਿੰਘ 1869 ਤੋਂ 1883 ਅੰਗਰੇਜ਼ ਪੱਖੀ ਰਿਹਾ। ਲਹਿਣਾ ਸਿੰਘ ਦੇ ਪੁੱਤਰ ਬਿਸ਼ਨ ਸਿੰਘ ਪਾਸ ਇਹ ਇਲਾਕਾ ਸੀ, ਜਿਸ ਦੀ ਆਮਦਨ 1,30,300 ਰੁਪਏ ਪ੍ਰਤੀ ਸਾਲ ਸੀ। ਬਿਸ਼ਨ ਸਿੰਘ ਬਾਅਦ ਜਗਜੀਤ ਸਿੰਘ ਅਤੇ ਉਸ ਪਿੱਛੋਂ ਰਣਜੀਤ ਸਿੰਘ ਅਤੇ ਰਵੀ ਸ਼ੇਰ ਸਿੰਘ ਵਾਰਸ ਬਣੇ। ਅਸਲ ਵਿੱਚ ਕਰੋੜ ਸਿੰਘੀਆ ਮਿਸਲ ਦਾ ਸਾਰਾ ਇਲਾਕਾ ਬਘੇਲ ਸਿੰਘ ਦੀ ਸਰਦਾਰਨੀ ਰਤਨ ਕੌਰ ਦੀ ਮੌਤ ਉਪਰੰਤ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਅਧੀਨ ਚਲਾ ਗਿਆ ਸੀ। 1947 ਤੋਂ 1948 ਵਿੱਚ ਕਲਸੀਆ ਪਰਿਵਾਰ ਦਾ ਇਲਾਕਾ ਪਟਿਆਲੇ ਅਤੇ ਪੂਰਬੀ ਪੰਜਾਬ ਸਟੇਟ ਯੂਨੀਅਨ ਵਿੱਚ ਮਿਲਾ ਦਿੱਤਾ ਗਿਆ। ਮੀਰ ਮੰਨੂ ਦਾ ਜ਼ਾਲਮਪੁਣਾ। ਮੀਰ ਮੰਨੂ ਦਿੱਲੀ ਸਰਕਾਰ ਵੱਲੋਂ ਥਾਪੇ ਵਜ਼ੀਰ ਕਮਰੂਦੀਨ ਦਾ ਪੁੱਤਰ ਸੀ। ਇਸ ਦਾ ਪੂਰਾ ਨਾਮ ਮੋਇਨਲ ਮੁਲਕ ਸੀ। ਇਹ ਬੜਾ ਚੰਡਾਲ, ਦੈਂਤ ਰੂਪ ਅਤੇ ਪਾਪੀ ਸੀ।
ਇਹ ਮੀਰ ਮੋਇਨਲ ਮੁਲਕ ਅਤਿਆਚਾਰਾਂ ਕਾਰਨ ਮੀਰ ਮੰਨੂ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ। ਮਾਨਪੁਰ ਦੇ ਸਥਾਨ ਤੇ ਦਿੱਲੀ ਵੱਲੋਂ ਅਹਿਮਦ ਸ਼ਾਹ ਅਬਦਾਲੀ ਵਿਰੁੱਧ 1748 ਈਸਵੀ ਨੂੰ ਮੀਰ ਮੋਇਨਲ ਦੀ ਕਮਾਨ ਹੇਠ ਭੇਜੀ ਸੈਨਾ ਦਾ ਸਖਤ ਮੁਕਾਬਲਾ ਹੋਇਆ। ਇਸ ਜੰਗ ਵਿੱਚ ਵਜ਼ੀਰ ਕਮਰੁਦੀਨ ਮਾਰਿਆ ਗਿਆ ਤੇ ਅਬਦਾਲੀ ਦੀ ਹਾਰ ਹੋਈ। ਇਸ ਜਿੱਤ ਕਾਰਨ ਅਪ੍ਰੈਲ 1748 ਨੂੰ ਮੋਇਨਲ ਮੁਲਕ ਮੰਨੂ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ। ਲਾਹੌਰ ਪਹੁੰਚ ਕੇ ਇਸਨੇ ਲਖਪਤ ਰਾਏ, ਜਿਸ ਨੂੰ ਅਬਦਾਲੀ ਨੇ ਹਾਕਮ ਨਿਯੁਕਤ ਕੀਤਾ ਸੀ, ਕੈਦ ਕਰਕੇ ਦੀਵਾਨ ਕੌੜਾ ਮੱਲ ਨੂੰ ਆਪਣਾ ਨਾਇਬ ਬਣਾਇਆ। ਜਲੰਧਰ ਦੁਆਬ ਦਾ ਫੌਜਦਾਰ ਅਦੀਨਾ ਬੇਗ ਨੂੰ ਥਾਪਿਆ। ਲਖਪਤ ਰਾਏ ਨੇ ਸਿੱਖਾਂ ਤੇ ਬੜੇ ਅਤਿਆਚਾਰ ਕੀਤੇ ਸਨ। ਅਜਿਹੇ ਪਾਪੀ ਦਾ ਅੰਤ ਮਾੜਾ ਹੀ ਹੁੰਦਾ ਹੈ। ਮੰਨੂ ਨੇ ਇਸ ਨੂੰ 30 ਲੱਖ ਰੁਪਏ ਨਜ਼ਰਾਨਾ ਦੇਣ ਲਈ ਆਖਿਆ, ਪਰ ਇਹ ਸਾਰਾ ਧਨ ਦੇਣ ਤੋਂ ਅਸਮਰਥ ਰਿਹਾ। ਰਤਨ ਸਿੰਘ ਭੰਗੂ ਜੀ ਲਖਪਤ ਤੇ ਭੈੜੇ ਕਾਰਨਾਮਿਆਂ ਬਾਰੇ ਲਿਖਦੇ ਹਨ। ਤਬ ਲਖੂ ਨੇ ਹੋਕਾ ਦਿਵਾਇਓ, ਨਾਨਕ ਕੋ ਨਾਨੂ ਕਹਿਵਾਇਓ, ਨਾਨਕ ਬਾਨੀ ਸੁਨੈ ਜੋ ਕਾਨ, ਤਾਹੇ ਕਰਾਵੋ ਮੁਸਲਮਾਨ। ਗ੍ਰੰਥ ਪੰਥੀ ਹੱਥ ਆਵੈ ਵਾਹੇ, ਮਦ ਦਰਿਆਏ ਡੁਬਾਵੇ ਤਾਹੇ, ਕਹਿ ਮੈਂ ਨਾਨਕ ਪੰਥ ਮਿਟਾਊਂ, ਮੈਂ ਵੀ ਖੱਤਰੀ ਤੋ ਕਹਾਊਂ। ਉਸ ਸਮੇਂ ਕੌੜਾ ਮੱਲ ਦੇ ਕਹਿਣ ਤੇ ਮੰਨੂ ਨੇ ਲੱਖੂ ਨੂੰ ਸਿੰਘਾਂ ਦੇ ਹਵਾਲੇ ਕਰ ਦਿੱਤਾ। ਸਿੰਘਾਂ ਨੇ ਜੋ ਇਸ ਨੂੰ ਸਜ਼ਾ ਦਿੱਤੀ ਉਸ ਬਾਰੇ ਭੰਗੂ ਜੀ ਲਿਖਦੇ ਹਨ। ਯੋ ਕਹਿ ਦੀਨੀ ਮੁਸ਼ਕਨ ਚੜਾਏ, ਸਿਹਤ ਖਾਨੇ ਮੇ ਦਿਓ ਗਿਰਾਏ, ਸਿੱਖਨ ਤੇ ਤਿਸ ਸੀਸ ਹੰਗਾਇਓ, ਔਰ ਲੋਕੋਂ ਤੇ ਸੀਸ ਮੁਤਾਇਓ। ਭਾਵ ਸਿੰਘਾਂ ਨੇ ਲਖਪਤ ਰਾਏ ਨੂੰ ਮੁਸ਼ਕਾਂ ਬੰਨ ਕੇ ਟੱਟੀ ਖਾਨੇ ਵਿੱਚ ਸੁੱਟ ਇਸ ਦੇ ਮੂੰਹ ਤੇ ਟੱਟੀ ਦਾ ਤੋਬਰਾ ਚੜਾ ਦਿੱਤਾ। ਹਰ ਇੱਕ ਸਿੰਘ ਨੂੰ ਹੁਕਮ ਕੀਤਾ ਕਿ ਇਸ ਦੇ ਸਿਰ ਤੇ ਹੀ ਮੂਤੋ ਤੇ ਹੱਗੋ। ਇੰਜ ਇਹ ਸਿੱਖਾਂ ਦਾ ਜਾਨੀ ਦੁਸ਼ਮਣ ਦੁੱਖ ਭੋਗ ਕੇ ਮਰਿਆ। ਦੀਵਾਨ ਕੌੜਾ ਮੱਲ ਨੇ ਸਿੰਘਾਂ ਨੂੰ ਪੱਟੀ ਪਰਗਣੇ ਦੇ 12 ਪਿੰਡ ਤੇ ਚੂਣੀਆਂ ਦੀ ਜਾਗੀਰ ਦਿਵਾਈ। ਨਵਾਬ ਕਪੂਰ ਸਿੰਘ ਨੇ ਇਸ ਜਾਗੀਰ ਦੇ ਧਨ ਨਾਲ ਦਿਨ ਰਾਤ ਲੰਗਰ ਚਲਾਇਆ। ਸੰਨ 1752 ਵਿੱਚ ਅਬਦਾਲੀ ਨੇ ਲਾਹੌਰ ਨੂੰ ਘੇਰਾ ਪਾ ਲਿਆ। ਇਸ ਜੰਗ ਵਿੱਚ ਕੌੜਾ ਮੱਲ 6 ਮਾਰਚ 1752 ਨੂੰ ਮਾਰਿਆ ਗਿਆ। ਅਬਦਾਲੀ ਨੇ ਮੀਰ ਮੰਨੂ ਨੂੰ ਪਕੜ ਲਿਆ। ਮੁਫਤੀ ਅਲੀਉਦੀਨ ਨੇ ਇਬਰਤਨਾਮੇ ਵਿੱਚ ਦੁਰਾਨੀ ਅਬਦਾਲੀ ਅਤੇ ਮੰਨੂ ਵਿਚਕਾਰ ਹੋਈ ਵਾਰਤਾਲਾਪ ਨੂੰ ਇੰਜ ਦਰਜ ਕੀਤਾ ਹੈ। ਦੁਰਾਨੀ ਨੇ ਕਿਹਾ ਕਿ ਮੰਨੂ, ਹੁਣ ਤੂੰ ਮੇਰੇ ਰਹਿਮ ਤੇ ਹੈ, ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ। ਮੰਨੂ ਅੱਗੋਂ ਬੋਲਿਆ, ਜੇਕਰ ਤੂੰ ਵਪਾਰੀ ਹੈ ਤਾਂ ਮੈਨੂੰ ਵੇਚ ਦੇ, ਜੇ ਕਸਾਈ ਹੈ ਤਾਂ ਮਾਰ ਦੇ, ਅਤੇ ਜੇ ਬਾਦਸ਼ਾਹ ਹੈ ਤਾਂ ਖਿਮਾ ਕਰ ਦੇ। ਇਸ ਦੀ ਸਿਆਣਪ ਅਤੇ ਦਲੇਰੀ ਭਰਿਆ ਉੱਤਰ ਸੁਣ ਦੁਰਾਨੀ ਨੇ ਪ੍ਰਭਾਵਿਤ ਹੋ ਕੇ ਮੀਰ ਮੰਨੂ ਨੂੰ ਫਰਸੰਦੇ ਖਾਨ ਬਹਾਦਰ ਰੁਸਤਮੇ ਹਿੰਦ ਦਾ ਖਿਤਾਬ ਦਿੱਤਾ ਅਤੇ ਲਾਹੌਰ ਦਾ ਸੂਬੇਦਾਰ ਬਣਾਇਆ। ਕਸ਼ਮੀਰ ਦਾ ਹਾਕਮ ਸੁਖਜੀਵਨ ਨੂੰ ਬਣਾਇਆ। ਦੁਰਾਨੀ ਦੇ ਕਹਿਣ ਤੇ ਮੀਰ ਮੰਨੂ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਲੱਕ ਬੰਨ ਲਿਆ। ਰੁਸਤਮੇ ਹਿੰਦ ਦਾ ਅਹੁਦਾ ਗ੍ਰਹਿਣ ਕਰਕੇ ਇਹ ਘਮੰਡ 'ਚ ਆਇਆ ਹੋਇਆ ਲਾਟਾਂ ਵਾਂਗ ਜੀਵਨ ਬਿਤਾਉਣ ਲੱਗ ਪਿਆ ਅਤੇ ਦੂਜਿਆਂ ਨੂੰ ਕੀੜੇ ਮਕੌੜੇ ਹੀ ਸਮਝਦਾ ਸੀ। 1752 ਦੀ ਵਿਸਾਖੀ ਖਾਲਸਾ ਆਨੰਦਪੁਰ ਸਾਹਿਬ ਵਿਖੇ ਮਨਾ ਰਿਹਾ ਸੀ ਤਾਂ ਅਦੀਨਾ ਬੇਗ ਅਤੇ ਸਦੀਕ ਬੇਗ ਨੇ ਵੱਡੀ ਫੌਜ ਨਾਲ ਇਹਨਾਂ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਕਾਫੀ ਸਿੰਘ ਸ਼ਹੀਦੀਆਂ ਪਾ ਗਏ ਅਤੇ ਕੁਝ ਬਚ ਨਿਕਲੇ। ਮੰਨੂ ਨੇ ਮੀਰ ਮੋਮਨ ਖਾਨ ਨੂੰ ਫੌਜ ਦੇ ਕੇ ਸਿੰਘਾਂ ਦੇ ਖਾਤਮੇ ਲਈ ਲੱਖੀ ਜੰਗਲ ਵੱਲ ਘੱਲਿਆ, ਪਰ ਸਿੰਘਾਂ ਵੱਲੋਂ ਦਿੱਤੇ ਮੂੰਹ ਭੰਨ ਜਵਾਬ ਕਾਰਨ ਇਹ ਬਹੁਤਾ ਸਫਲ ਨਾ ਹੋਇਆ। ਤਹਿਮਾਸ ਖਾਂ ਮਿਸਕੀਨ ਤੇ ਤਹਿਰਕੇ ਤਹਿਮਾਸ ਮਿਸਕੀਨ, ਜੋ 1780 ਚ ਲਿਖੀ ਦਰਜ ਕੀਤਾ ਹੈ ਕਿ ਮੀਰ ਮੰਨੂ ਨੇ ਸੈਯਦ ਜੈਮਲ ਉਦ ਦੀਨ ਖਾਂ ਤੇ ਬਖਸ਼ੀ ਗਾਜ਼ੀ ਬੇਗ ਖਾਂ ਨੂੰ ਅੰਮ੍ਰਿਤਸਰ ਫੌਜ ਦੇ ਕੇ ਭੇਜਿਆ। ਇਹਨਾਂ ਰਾਮ ਰੋਣੀ ਗੜੀ ਤੇ ਭਾਰੀ ਹਮਲਾ ਕੀਤਾ। ਸਿੰਘਾਂ ਡਟ ਕੇ ਮੁਕਾਬਲਾ ਕੀਤਾ ਤੇ 900 ਦੇ ਕਰੀਬ ਸ਼ਹੀਦ ਹੋ ਗਏ। ਇਹ ਸ਼ਹੀਦੀਆਂ ਮੁਗਲ ਫੌਜ ਦੀਆਂ ਤੋਪਾਂ ਦੇ ਗੋਲੇ ਵਰਾਉਣ ਕਾਰਨ ਹੋਈਆਂ। ਸਿੰਘਾਂ ਪਾਸ ਕੋਈ ਤੋਪਖਾਨਾ ਨਹੀਂ ਸੀ। ਮੌਲਵੀ ਨੂਰ ਅਹਿਮਦ ਚਿਸ਼ਤੀ ਅਨੁਸਾਰ ਮੰਨੂ ਨੇ ਈਦ ਵਾਲੇ ਦਿਨ ਕਰੀਬ 1100 ਸਿੰਘ ਅਤੇ ਬਹੁਤ ਸਾਰੇ ਹਿੰਦੂਆਂ ਦੇ ਸਿਰ ਕਲਮ ਕਰਾ ਦਿੱਤੇ। ਇੰਜ ਇਹ ਕੱਟੜ ਤੁਅਸਬੀ ਅਤੇ ਭੈੜਾ ਮਨੁੱਖ ਹੀ ਨਹੀਂ ਸਗੋਂ ਦੈਂਤ ਰੂਪ ਸੀ। ਸਿੱਖਾਂ ਤੇ ਹਿੰਦੂਆਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਮਾਰਨ ਉਪਰੰਤ ਇਸਨੇ ਇਸਤਰੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ। ਇਸਨੇ ਸਹੁੰ ਖਾਧੀ ਕਿ ਮੈਂ 1.25 ਸੇਰ ਜਨੇਊ ਬਾਲ ਕੇ ਫਿਰ ਖਾਣਾ ਖਾਵਾਂਗਾ। ਇੱਕ ਸਿੱਖ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 25 ਰੁਪਏ ਇਨਾਮ ਦੇਣ ਲੱਗਿਆ।
ਪਿੰਡਾਂ ਵਿੱਚ ਸਿੰਘਣੀਆਂ ਦੁੱਧ ਚੁੰਗਦੇ ਬੱਚਿਆਂ ਸਮੇਤ ਜੇਲੀ ਡੱਕ ਦਿੱਤੀਆਂ। ਉਹਨਾਂ ਤੋਂ ਸਵਾ ਮਣ ਦਾਣੇ ਪਿਸਵਾਏ। ਜੇਕਰ ਕੋਈ ਢਿੱਲੀ ਮੱਠੀ ਹੋਣ ਕਾਰਨ ਚੱਕੀ ਨਹੀਂ ਸੀ ਪੀਂਦੀ, ਉਸਨੂੰ ਛਾਤੀ ਤੇ ਪੱਥਰ ਮਾਰ ਕੇ ਮਾਰ ਦਿੱਤਾ ਜਾਂਦਾ ਸੀ। ਨੰਨੇ ਬੱਚੇ ਟੁਕੜੇ ਕਰਕੇ ਝੋਲੀਆਂ ਵਿੱਚ ਪਾਏ, ਪਰ ਇਹ ਗੁਰੂ ਕਰਦੀਆਂ ਨਾ ਹੀ ਡੋਲੀਆਂ ਤੇ ਨਾ ਹੀ ਧਰਮਹੀਣ ਹੋਈਆਂ। ਸਿੰਘ ਇਤਨੇ ਕਸ਼ਟ, ਮੁਸੀਬਤਾਂ ਅਤੇ ਪਾਪੀ ਝੱਖੜ ਝੱਲਦੇ ਹੋਏ ਵੀ ਗਾ ਰਹੇ ਸਨ। ਮੀਰ ਮੰਨੂ ਅਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਸਾਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ। ਸਿੰਘਣੀਆਂ ਨੂੰ ਕੈਦ ਕਰਨਾ, ਤਸੀਹੇ ਦੇਣੇ ਅਤੇ ਉਹਨਾਂ ਦੇ ਬੱਚੇ ਮਾਰਨੇ ਸਿੰਘਾਂ ਦੇ ਖੂਨ ਨੂੰ ਹਮੇਸ਼ਾ ਉਬਾਲੇ ਖੁਆ ਰਿਹਾ ਸੀ। ਕੁਦਰਤ ਬੜੀ ਜ਼ੋਰਾਵਰ ਹੈ। ਜੋ ਵੀ ਸਤਿਗੁਰੂ ਨੂੰ ਸੱਚੇ ਦਿਲ ਨਾਲ ਧਿਆਉਂਦਾ ਹੈ, ਉਹ ਉਸ ਦੀ ਰਖਵਾਲੀ ਕਰਦਾ ਹੈ। ਉਸ ਦੇ ਘਰ ਵਿੱਚ ਅੰਧੇਰ ਨਹੀਂ। ਗੁਰਬਾਣੀ ਦੇ ਬੋਲ ਹਨ, ਪਾਪੀ ਘਾ ਕਰ ਅਗਨੀ ਮਾਹੇ, ਜਲਤ ਰਹੇ ਕਬਹੂ ਮਿਟ ਨਾਹੇ। ਇਹ ਕਹਾਵਤ ਵੀ ਹੈ, ਪਾਪੀ को मारने के लिए पाप महाबली है। ਗੁਰੂ ਦੇ ਸਾਜੇ ਨਿਵਾਜੇ ਖਾਲਸੇ ਨੂੰ ਮਿਟਾਉਣ ਵਾਲੇ ਆਪ ਮਿਟ ਜਾਂਦੇ ਹਨ। ਗੁਰੂ ਕੇ ਸਿੰਘ ਕਹਿੰਦੇ, ਭਾਵੇਂ ਮੰਨੂ ਸਾਨੂੰ ਘਾਹ ਫੂਸ ਦੇ ਸਮਾਨ ਸਮਝ ਕੇ ਸਾਡੇ ਤੇ ਆਪਣੀ ਦਾਤੀ ਫੇਰ ਰਿਹਾ ਹੈ, ਪਰ ਉਸਨੂੰ ਇਹ ਨਹੀਂ ਪਤਾ ਕਿ ਘਾਹ ਕੱਟਣ ਨਾਲ ਦੂਣ ਸਵਾਇਆ ਵੱਧਦਾ ਹੈ। ਇਤਿਹਾਸਕ ਤੱਥਾਂ ਮੁਤਾਬਕ ਮੰਨੂ ਨੂੰ ਖਬਰ ਮਿਲੀ ਕਿ ਕਸੂਰ ਲਾਗੇ ਸਿੰਘਾਂ ਨੇ ਟਿਕਾਣਾ ਕੀਤਾ ਹੋਇਆ ਹੈ। ਇਸ ਹੰਕਾਰੀ, ਵਿਕਾਰੀ ਤੇ ਨਰਕਧਾਰੀ ਨੇ ਸੈਨਾ ਲੈ ਸਿੰਘਾਂ ਦਾ ਪਿੱਛਾ ਕੀਤਾ। ਉੱਥੇ ਪਹੁੰਚ ਕੇ ਇਸਨੇ ਸਿੰਘਾਂ ਨੂੰ ਕੋਹ ਕੇ ਮਰਵਾਇਆ। ਇਸ ਕਤਲੇਆਮ ਉਪਰੰਤ ਇਹ ਖੁਸ਼ੀਆਂ ਮਨਾਉਂਦਾ ਜਦੋਂ ਵਾਪਸ ਆ ਰਿਹਾ ਸੀ ਤਾਂ ਰੱਬੀ ਭਾਣਾ ਐਸਾ ਵਰਤਿਆ ਕਿ ਇਸ ਦੀ ਘੋੜੀ ਜਿਸ ਉੱਪਰ ਸਵਾਰ ਸੀ ਅਚਾਨਕ ਐਸੀ ਤਰਬਕੀ ਕਿ ਉੱਚੀਆਂ ਛਲਾਂਗਾਂ ਮਾਰ ਦੌੜ ਪਈ। ਇਸ ਦੌਰਾਨ ਮੰਨੂ ਇੱਕ ਪਾਸੇ ਲਟਕ ਗਿਆ ਅਤੇ ਇਸ ਦਾ ਪੈਰ ਰਕਾਬ ਵਿੱਚ ਫਸ ਗਿਆ। ਇੰਜ ਤਰਬਕੀ ਹੋਈ ਘੋੜੀ ਇਸ ਨੂੰ ਦੂਰ ਤੱਕ ਘਸੀਟ ਕੇ ਲੈ ਗਈ। ਇਸ ਨੇ ਬਥੇਰੀ ਹਾਲ ਦੁਆਈ ਮਚਾਈ ਅਤੇ ਆਖੀਰ ਇਸ ਪਾਪੀ ਦੇ ਪ੍ਰਾਣ ਨਿਕਲ ਗਏ। ਇਹ ਗੱਲ 30 ਨਵੰਬਰ 1753 ਦੀ ਹੈ। ਮੀਰ ਮੰਨੂ ਦਾ ਹਮਜੋਲੀ ਅਤੇ ਸਹਿਗਾਮੀ ਤਹਿਮਾਸ ਖਾਂ ਮਿਸਕੀਨ, ਤਹਿਰਕੇ ਤਹਿਮਾਸ ਮਿਸਕੀਨ ਦੇ ਪੰਨਾ 87 ਤੋਂ 90 ਵਿੱਚ ਇਸ ਦੀ ਹੋਈ ਦਰਦਨਾਕ ਮੌਤ ਦਾ ਵਰਣਨ ਕਰਦਾ ਹੈ। ਇਹ ਲਿਖਦਾ ਹੈ ਕਿ ਮੀਰ ਮੰਨੂ ਅਬਦੁਰ ਰਹੀਮ ਖਾਂ ਜਵਾਈ ਅਬਦੁਸਮਦ ਖਾਂ ਦੇ ਮਹਿਲ ਵਿੱਚ ਜੋ ਸ਼ਹੀਦਗੰਜ ਕੋਲ ਹੈ ਦਫਨਾਇਆ ਗਿਆ। ਖੁਸ਼ਵਕਤ ਰਾਏ ਕਿਤਾਬੇ ਤਵਾਰੀਖੇ ਪੰਜਾਬ ਜੋ 1812 ਵਿੱਚ ਲਿਖੀ ਦੇ ਪੰਨਾ 88 ਤੇ ਲਿਖਦਾ ਹੈ ਕਿ ਮਹਾਰਾਜਾ ਸ਼ੇਰ ਸਿੰਘ ਦੇ ਸ਼ਾਸਨਕਾਲ ਸਮੇਂ ਸਿੱਖਾਂ ਨੇ ਅਬਦੁਸ ਰਹੀਮ ਖਾਂ ਦਾ ਮਹਿਲ ਢਾਹ ਦਿੱਤਾ ਅਤੇ ਮੀਰ ਮੰਨੂ ਦੀ ਕਬਰ ਪੁੱਟ ਉਸ ਦੀਆਂ ਹੱਡੀਆਂ ਬਾਹਰ ਸੁੱਟ ਦਿੱਤੀਆਂ। ਇਹ ਵਾਰਤਾ ਲਾਹੌਰ ਗਜ਼ਟੀਅਰ ਦੇ ਪੰਨਾ 28 ਤੇ ਵੀ ਅੰਕਿਤ ਹੈ। ਸਿੰਘਾਂ ਦੀ ਚੜ੍ਹਦੀ ਕਲਾ। ਸੰਸਾਰ ਅੰਦਰ ਵਰਤ ਰਹੀ ਰੱਬੀ ਖੇਡ ਅੰਦਰ ਦੁੱਖ ਉਪਰੰਤ ਸੁੱਖ, ਹਾਰ ਉਪਰੰਤ ਜਿੱਤ ਅਤੇ ਢਹਿੰਦੀ ਕਲਾ ਉਪਰੰਤ ਚੜ੍ਹਦੀ ਕਲਾ ਦੀ ਆਸ ਰੱਖੀ ਜਾਂਦੀ ਹੈ। ਆਜ਼ਾਦ ਹਿਰਦੇ ਰੱਖਣ ਵਾਲੀ ਕੌਮ ਗੁਲਾਮ ਨਹੀਂ ਬਣਾਈ ਜਾ ਸਕਦੀ। ਇਨਕਲਾਬੀ ਕਦੇ ਪਿਛਾਂਹ ਨੂੰ ਨਹੀਂ ਸਗੋਂ ਅਗਾਂਹ ਨੂੰ ਹੀ ਤੱਕਦਾ ਹੈ, ਪਰ ਇਸ ਲਈ ਕੁਰਬਾਨੀ ਦੇਣੀ ਪੈਂਦੀ ਹੈ। ਡਾਕਟਰ ਇਕਬਾਲ ਦੇ ਸ਼ਬਦ ਹਨ ਕਿ ਸਿੰਘ ਬਹਾਦਰਾਂ ਨੇ 18ਵੀਂ ਸਦੀ ਅੰਦਰ ਇਸਲਾਮ ਵਾਲਿਆਂ ਤੋਂ ਕੁਰਾਨ ਵੀ ਖੋਹ ਲਿਆ ਤੇ ਤਲਵਾਰ ਵੀ। ਕੁਰਾਨ ਇਸ ਲਈ ਕਿ ਜਬਰੀ ਧਰਮ ਤਬਦੀਲ ਦੇ ਹੜ ਨੂੰ ਬੰਨ ਲਾ ਦਿੱਤਾ ਤੇ ਤਲਵਾਰ ਇਸ ਲਈ ਕਿ ਦਿੱਲੀ ਤੇ ਕਾਬਲ ਦੀਆਂ ਦੋਹਾਂ ਤਾਕਤਾਂ ਨੂੰ ਹੇਠਾਂ ਲਾ ਕੇ ਉਹ ਆਪ ਪੰਜਾਬ ਦੇ ਵਾਰਿਸ ਬਣ ਗਏ। ਭੂਰਿਆਂ ਵਾਲੇ ਰਾਜੇ। ਮੰਨੂ ਦੀ ਮੌਤ ਪਿੱਛੋਂ ਸਿੰਘਾਂ ਨੇ ਪਹਿਲਾ ਕੰਮ ਲਾਹੌਰ ਦੀਆਂ ਜੇਲ੍ਹਾਂ 'ਚ ਬੰਦ ਸਿੰਘਣੀਆਂ ਤੇ ਉਹਨਾਂ ਦੇ ਬੱਚਿਆਂ ਨੂੰ ਰਿਹਾ ਕਰਾਇਆ। ਦੂਜਾ ਕੰਮ ਇਹ ਕੀਤਾ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਰਾਮ ਰੌਣੀ ਗੜੀ ਜੋ ਮੀਰ ਮੰਨੂ ਨੇ ਢਵਾ ਦਿੱਤੀ ਸੀ ਉਸ ਨੂੰ ਬਣਵਾਇਆ ਅਤੇ ਬਦਲ ਕੇ ਇਸ ਦਾ ਨਾਂ ਰਾਮਗੜ੍ਹ ਰੱਖਿਆ। ਤੀਜਾ, ਸਰਦਾਰ ਚੜ੍ਹਤ ਸਿੰਘ ਅਤੇ ਸਰਦਾਰ ਜੈ ਸਿੰਘ ਨੇ ਮੁਸਲਮਾਨੀ ਭੇਸ ਧਾਰ ਕੇ 500 ਸਿੰਘਾਂ ਨਾਲ ਲਾਹੌਰ ਦਾ ਪਰੀ ਮਹਿਲ ਅਤੇ ਰੰਗ ਮਹਿਲ ਲੁੱਟਿਆ। ਚੌਥਾ, ਸੰਨ 1774 ਨੂੰ 12,000 ਸਿੰਘਾਂ ਨੇ ਸਰਹੰਦ ਤੇ ਜਾ ਕਬਜ਼ਾ ਕੀਤਾ ਅਤੇ ਦੋਸ਼ੀਆਂ ਨੂੰ ਦੰਡ ਦਿੱਤੇ। ਪੰਜਵਾਂ, ਅਪ੍ਰੈਲ 1775 ਵਿੱਚ ਅਦੀਨਾ ਬੇਗ ਨੇ ਸਿੰਘਾਂ ਦੀ ਸਹਾਇਤਾ ਨਾਲ ਰੁਹੇਲੇ ਨੂੰ ਮਾਰਿਆ। ਇਸ ਬਦਲੇ ਅਦੀਨਾ ਬੇਗ ਨੇ ਸਿੰਘਾਂ ਨੂੰ ਫਤਿਆਬਾਦ ਦਾ ਪਰਗਣਾ ਸੰਭਾਲਿਆ। ਛੇਵਾਂ, ਸਿੰਘਾਂ ਨੇ ਗਰੀਬ ਕਿਸਾਨਾਂ ਦੀ ਜਾਨ ਮਾਲ ਲਈ ਰਾਖੀ ਅਰਥਾਤ ਜ਼ਿੰਮੇਵਾਰੀ ਦੀ ਮੁਹਿੰਮ ਸ਼ੁਰੂ ਕੀਤੀ। ਸੋ ਬੰਦਾ ਸਿੰਘ ਬਹਾਦਰ ਤੋਂ ਪਿੱਛੋਂ ਇਹ ਦੂਜੀ ਵਾਰ ਸੀ ਜਦੋਂ ਹਕੂਮਤ ਦੇ ਸਤਾਏ ਜੰਗਲਾਂ 'ਚ ਭੂਰਿਆਂ ਦੀਆਂ ਬੁੱਕਲਾਂ ਮਾਰੀ ਫਿਰਦੇ ਸਿੰਘਾਂ ਨੇ ਦੇਸ਼ ਦੇ ਰਾਜ ਪ੍ਰਬੰਧ ਨੂੰ ਹਾਸਲ ਕੀਤਾ। ਇਹ ਦੇਖ ਬੁੱਲੇ ਸ਼ਾਹ ਫਕੀਰ ਨੇ ਉਚਾਰਨ ਕੀਤਾ, ਮੁਗਲਾਂ ਜ਼ਹਿਰ ਪਿਆਲੇ ਪੀਤੇ,
ਭੂਰਿਆਂ ਵਾਲੇ ਰਾਜੇ ਕੀਤੇ। ਹਰੀ ਸਿੰਘ ਭੰਗੀ ਅਤੇ ਚੜਤ ਸਿੰਘ ਨੇ ਰਾਵੀ ਪਾਰ ਦਾ ਇਲਾਕਾ ਮੱਲ ਲਿਆ। ਹੀਰਾ ਸਿੰਘ ਨਿਕਈ ਨੇ ਚੂਣੀਆਂ ਦਾ, ਜੈ ਸਿੰਘ ਤੇ ਜੱਸਾ ਸਿੰਘ ਰਾਮਗੜੀਏ ਨੇ ਰਿਆੜਕੀ ਦਾ, ਆਲੂਵਾਲੀਆ ਤੇ ਸਿੰਘਾਪੁਰੀਆਂ ਮਿਸਲਾਂ ਨੇ ਦੁਆਬਾ, ਮਿਸਲ ਸ਼ਹੀਦਾਂ ਤੇ ਕਰੋੜ ਸਿੰਘੀਆਂ ਨੇ ਸਤਲੁਜ ਪਾਰ ਦਾ ਇਲਾਕਾ ਰਾਖੀ ਹੇਠ ਲਿਆਂਦਾ। ਇਸ ਤੋਂ ਇਲਾਵਾ ਚੱਠਿਆਂ, ਗੱਖੜਾਂ, ਰਾਜਪੂਤਾਂ ਤੇ ਪਠਾਣਾਂ ਨੇ ਵੀ ਕਈ ਇਲਾਕੇ ਸੰਭਾਲੇ। 19 ਜਨਵਰੀ 1757 ਨੂੰ ਅਬਦਾਲੀ ਨੇ ਚੌਥੇ ਹਮਲੇ ਦੌਰਾਨ ਦਿੱਲੀ ਲੁੱਟੀ। ਇਸ ਦੇ ਲੜਕੇ ਤੈਮੂਰ ਸ਼ਾਹ ਨੇ ਇਸ ਗੁੱਸੇ ਵਿੱਚ ਕਿ ਮੇਰੇ ਪਿਓ ਨੂੰ ਸਿੰਘਾਂ ਨੇ ਕਈ ਵਾਰ ਲੁੱਟਿਆ, ਫੌਜੀ ਤਾਕਤ ਨਾਲ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਤੇ ਤਾਲ, ਮਿੱਟੀ ਅਤੇ ਗੰਦ ਨਾਲ ਪੂਰ ਦਿੱਤਾ ਅਤੇ ਅੰਮ੍ਰਿਤਸਰ ਸ਼ਹਿਰ ਲੁੱਟਿਆ। ਬਾਬਾ ਦੀਪ ਸਿੰਘ ਦੀ ਸ਼ਹੀਦੀ। ਹਰਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ ਦੇ ਮਹਾਵਾਕ ਅਨੁਸਾਰ ਤੈਮੂਰ ਵੱਲੋਂ ਹਰਮੰਦਰ ਸਾਹਿਬ ਢਾਉਣ ਦੀ ਗਾਥਾ ਸੁਣ ਤਲਵੰਡੀ ਸਾਬੋ, ਬਠਿੰਡਾ, ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਕਰ ਰਹੇ ਅਤੇ ਹੋਰ ਧਾਰਮਿਕ ਪੋਥੀਆਂ ਲਿਖਣ ਅਤੇ ਗੁਰਮਤਿ ਵਿਦਿਆ ਪੜ੍ਹਾਉਣ ਦੀ ਸੇਵਾ ਕਰ ਰਹੇ ਗੁਣੀ ਗਿਆਨੀ ਬਾਬਾ ਦੀਪ ਸਿੰਘ ਦੇ ਹਿਰਦੇ ਤੇ ਗਹਿਰੀ ਸੱਟ ਵੱਜੀ। ਜਿਵੇਂ ਮਿਕਨਾਤੀਸ ਚੁੰਬਕ ਲੋਹੇ ਨੂੰ ਖਿੱਚਦਾ ਹੈ, ਦਸ਼ਮੇਸ਼ ਪਿਤਾ ਦੇ ਹੱਥੋਂ ਅੰਮ੍ਰਿਤ ਛਕਣ ਵਾਲੇ ਬਾਬਾ ਦੀਪ ਸਿੰਘ ਨੇ ਹਰਮੰਦਰ ਸਾਹਿਬ ਦੀ ਬੇਰੁਹਮਤੀ ਨਾ ਸਹਾਰਦੇ ਹੋਏ ਸਭ ਕੰਮ ਛੱਡ ਹੱਥ 'ਚ ਖੰਡਾ ਪਕੜ ਅਤੇ ਸੀਸ ਤਲੀ ਤੇ ਰੱਖ 500 ਸਿੰਘਾਂ ਦਾ ਜਥਾ ਲੈ ਸ਼ਹਾਦਤ ਦੇਣ ਲਈ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿੱਤੇ। ਰਸਤੇ ਵਿੱਚ ਰੁਕਦਿਆਂ ਕਲਗੀਧਰ ਮਾਹੀ ਦਾ ਸੱਦ ਸੁਣ ਹਲਵਾਹਕ ਅਤੇ ਕਿਰਤੀ ਘਰ-ਬਾਰ ਤਿਆਗ ਅਤੇ ਹਥਿਆਰ ਚੁੱਕ ਜਥੇ 'ਚ ਸ਼ਾਮਲ ਹੁੰਦੇ ਗਏ ਅਤੇ ਅਖੀਰ ਗਿਣਤੀ 5000 ਦੇ ਲਗਭਗ ਪਹੁੰਚ ਗਈ। ਅੱਗੇ ਜਹਾਨ ਖਾਨ ਨਾਲ ਟਾਕਰਾ ਹੋ ਗਿਆ। 11 ਨਵੰਬਰ 1757 ਨੂੰ ਗੋਹਲਗੜ੍ਹ ਲਾਗੇ ਜੰਗ ਵਿੱਚ ਬਾਬਾ ਨੋਦ ਸਿੰਘ ਅਤੇ ਹੋਰ ਅਨੇਕ ਸਿੰਘ ਸ਼ਹੀਦੀਆਂ ਪਾ ਗਏ। ਬਾਬਾ ਜੀ ਦੇ ਸਾਹਮਣੇ ਆਇਆ ਜਹਾਨ ਖਾਨ ਦਾ ਸਹਾਇਕ ਅਤਾਈ ਖਾਂ ਵੀ ਮਾਰਿਆ ਗਿਆ। ਬਾਬਾ ਜੀ ਦਾ ਵੀ ਸੀਸ ਧੜ ਤੋਂ ਵੱਖ ਹੋ ਗਿਆ, ਪਰ ਇਹ ਸਿਰ ਲੱਥ ਯੋਧਾ ਸੀਸ ਤਲੀ ਤੇ ਰੱਖ ਕੇ ਦੁਸ਼ਮਣ ਦੇ ਆਹੂ ਲਾਉਂਦਾ ਹਰਮੰਦਰ ਸਾਹਿਬ ਕੋਲ ਪਹੁੰਚ ਸ਼ਹੀਦੀ ਪਾ ਗਿਆ। ਇਸ ਮਹਾਨ ਗੁਰੂ ਦੇ ਸੇਵਕ, ਵਿਦਵਾਨ ਅਤੇ ਨੂਰੇ ਸੂਰੇ ਦੇ ਸੰਸਾਰ ਤੋਂ ਚਲੇ ਜਾਣ ਨਾਲ ਸਿੱਖਾਂ ਦੇ ਹਿਰਦੇ ਵਲੁੰਦੜੇ ਗਏ ਅਤੇ ਰੋਹ ਵਿੱਚ ਆ ਗਏ। ਸਿੰਘਾਂ ਨੇ ਹੋਰ ਕੋਈ ਚਾਰਾ ਨਾ ਤੱਕ ਅਦੀਨਾ ਬੇਗ ਨੂੰ ਜਲੰਧਰ ਦੁਆਬ ਦਾ ਹਾਕਮ ਬਣਾਇਆ, ਪਰ ਇਹ ਚੰਚਲ ਸੁਭਾਅ ਦਾ ਹੋਣ ਕਰਕੇ ਛੇਤੀ ਹੀ ਅੱਖਾਂ ਫੇਰ ਗਿਆ। ਸਿੰਘਾਂ ਦਾ ਭੇਤੀ ਹੋਣ ਕਰਕੇ ਵੱਧ ਨੁਕਸਾਨ ਕਰਾਉਣ ਲੱਗ ਪਿਆ। ਬਟਾਲੇ ਲਾਗੇ ਅਦੀਨਾ ਨਗਰ ਇਸ ਨੇ ਆਪਣਾ ਮੁੱਖ ਦਫ਼ਤਰ ਬਣਾ ਲਿਆ, ਪਰ 4 ਮਹੀਨੇ ਦੀ ਨਵਾਬੀ ਕਰ 15 ਸਤੰਬਰ 1758 ਨੂੰ ਮਰ ਗਿਆ। ਸਿੰਘਾਂ 1758 ਦੀ ਦੀਵਾਲੀ ਅੰਮ੍ਰਿਤਸਰ ਵਿਖੇ ਸੱਜ ਧੱਜ ਨਾਲ ਮਨਾਈ। ਅਬਦਾਲੀ ਅਟਕ ਪਾਰ ਕਰਕੇ 1759 ਵਿੱਚ 5ਵੀਂ ਵਾਰ ਫੇਰ ਹਿੰਦ ਤੇ ਚੜ੍ਹਾਈ ਕਰਕੇ ਆ ਗਿਆ। ਇਸ ਨੇ ਦਿੱਲੀ ਲੁੱਟੀ ਅਤੇ 1761 ਵਿੱਚ ਮਰਹੱਟਿਆਂ ਨੂੰ ਪਾਣੀਪਤ ਦੇ ਮੈਦਾਨ ਵਿੱਚ ਕਰਾਰੀ ਹਾਰ ਦਿੱਤੀ। ਜਦੋਂ ਦੁਰਾਨੀ ਫੌਜ ਬਿਆਸ ਨੂੰ ਪਾਰ ਕਰ ਰਹੀ ਸੀ ਤਾਂ ਜੱਸਾ ਸਿੰਘ ਆਲੂਵਾਲੀਏ ਨੇ 2200 ਇਸਤਰੀਆਂ ਛਡਾਈਆਂ ਅਤੇ ਉਹਨਾਂ ਦੇ ਘਰਾਂ 'ਚ ਪਹੁੰਚਾਈਆਂ। ਇਸ ਕਾਰਵਾਈ ਕਾਰਨ ਜੱਸਾ ਸਿੰਘ ਬੰਦੀ ਛੋੜ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ। ਸਿੰਘਾਂ ਦਾ ਲਾਹੌਰ ਤੇ ਕਬਜ਼ਾ। ਜਿਉਂ ਹੀ ਅਬਦਾਲੀ ਨੇ ਅਟਕ ਪਾਰ ਕੀਤਾ, ਸਿੰਘ ਚਨਾਹ ਦਾ ਇਲਾਕਾ ਲੁੱਟ ਜੂਨ-ਜੁਲਾਈ 1761 ਨੂੰ ਫੇਰ ਪੰਜਾਬ ਤੇ ਆਪਣਾ ਅਧਿਕਾਰ ਜਮਾ ਲਿਆ। ਅਬਦਾਲੀ ਨੇ ਇਹ ਖਬਰ ਸੁਣ ਨੂਰਦੀਨ ਖਾਂ ਬਾਮਜ਼ਦੀ ਨੂੰ ਪੰਜਾਬ ਵੱਲ ਭੇਜਿਆ। ਸਰਦਾਰ ਚੜਤ ਸਿੰਘ ਨੇ ਚਨਾਹ ਲਾਗੇ ਇਸ ਨੂੰ ਜਾ ਰੋਕਿਆ ਤੇ ਐਸੀ ਭਾਂਜ ਦਿੱਤੀ ਕਿ ਇਹ ਮਰਨ ਤੋਂ ਡਰਦਾ ਜੰਮੂ ਜਾ ਵੜਿਆ। ਇਸ ਉਪਰੰਤ ਅਫਗਾਨ ਦੇ ਖਵਾਜਾ ਬੀਦ ਖਾਂ ਨੇ ਚੜਤ ਸਿੰਘ ਉੱਤੇ ਚੜ੍ਹਾਈ ਕੀਤੀ। ਸਿੰਘਾਂ ਇਸ ਨੂੰ ਵੀ ਚੰਗੇ ਹੱਥ ਦਿਖਾਏ। 27 ਅਕਤੂਬਰ 1761 ਦੀ ਦੀਵਾਲੀ ਨੂੰ ਗੁਰਮਤਾ ਪਾਸ ਕਰਕੇ ਨਵੰਬਰ ਵਿੱਚ ਲਾਹੌਰ ਤੇ ਕਬਜ਼ਾ ਕਰ ਲਿਆ। ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਸੁਲਤਾਨ ਉਲ ਕੌਮ ਦਾ ਖਿਤਾਬ ਦੇ ਰਾਜ ਸਿੰਘਾਸਨ ਤੇ ਬਿਠਾ ਦਿੱਤਾ ਅਤੇ ਨਾਨਕ ਨਾਮ ਦਾ ਸਿੱਕਾ ਚਲਾਇਆ। ਬਾਬਾ ਦੀਪ ਸਿੰਘ ਦੀ ਸ਼ਹਾਦਤ ਉਪਰੰਤ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਜਾਬਰ ਸ਼ਾਸਕਾਂ ਤੇ ਮੁਗਲ ਪਠਾਣਾਂ ਨੂੰ ਵੰਗਾਰਿਆ ਅਤੇ ਲਲਕਾਰ ਕੇ ਸੋਧਿਆ। ਇਸ ਨੇ ਸਰਦਾਰ ਬਘੇਲ ਸਿੰਘ ਸਮੇਤ ਦੂਜੀਆਂ ਮਿਸਲਾਂ ਦੇ ਸਰਦਾਰਾਂ ਨੂੰ ਨਾਲ ਲੈ ਦੁਸ਼ਮਣਾਂ ਨੂੰ ਜਲੰਧਰ ਤੱਕ ਧੱਕ ਦਿੱਤਾ। ਤੈਮੂਰ ਅਬਦਾਲੀ ਦਾ ਪੁੱਤਰ ਅਤੇ ਜਹਾਨ ਖਾਨ ਆਪਣੀਆਂ ਜਾਨਾਂ ਬਚਾ ਕੇ ਨੱਸ ਗਏ। ਮੁਗਲਾਂ ਦੇ ਸੈਨਿਕ ਪਕੜ ਉਹਨਾਂ ਤੋਂ ਅੰਮ੍ਰਿਤਸਰ ਦਾ ਸਰੋਵਰ ਜੋ ਤੈਮੂਰ ਨੇ ਪੂਰਿਆ ਸੀ ਉਹ ਸਾਫ਼ ਕਰਾਇਆ। ਸਿੱਖਾਂ ਵੱਲੋਂ ਸਰਜੇ ਸੁਨਹਿਰੀ ਭਵਿੱਖ ਦੇ ਰੰਗੀਨ ਸੁਪਨੇ ਸਾਕਾਰ ਕਰਨ ਲਈ ਇਹ ਇਨਕਲਾਬ ਜਾਰੀ ਸੀ,
ਪਰ ਗੱਦਾਰਾਂ ਦੇ ਇਹ ਮਿਸ਼ਨ ਕੰਡੇ ਵਾਂਗ ਚੁੱਭ ਰਿਹਾ ਸੀ। ਜੰਡਿਆਲੇ ਦੇ ਗੱਦਾਰ ਚੌਧਰੀ ਆਕਲ ਦਾਸ ਦੀ ਨੀਂਦ ਹਰਾਮ ਹੋ ਗਈ। ਸਿੰਘਾਂ ਦੇ ਲਾਹੌਰ ਤੇ ਰਾਜ ਕਰਨ ਦੀ ਗੱਲ ਮਾਨੋ ਇਸ ਦੀ ਛਾਤੀ ਤੇ ਦਿਨ ਰਾਤ ਸੱਪ ਵਾਂਗ ਮੇਲ ਰਹੀ ਸੀ। ਇਸ ਨੇ ਅਬਦਾਲੀ ਨੂੰ ਸੁਨੇਹਾ ਭੇਜਿਆ ਕਿ ਜਿਸ ਤਰ੍ਹਾਂ ਹਿੰਦ ਵਿੱਚ ਤੁਸੀਂ ਮਰਾਠਿਆਂ ਨੂੰ ਮਾਰ ਮੁਕਾਇਆ ਹੈ, ਇਸੇ ਤਰ੍ਹਾਂ ਵੱਡੀ ਫੌਜ ਲਿਆ ਕੇ ਵੈਰੀ ਸਿੰਘਾਂ ਨੂੰ ਮਾਰ ਮੁਕਾਓ। ਇਹ ਸੁਨੇਹਾ ਪਹੁੰਚਣ ਤੇ ਅਬਦਾਲੀ ਨੇ ਹਿੰਦ ਤੇ 6ਵੇਂ ਹਮਲੇ ਦੀ ਤਿਆਰੀ ਕਰ ਲਈ, ਜਿਸ ਦੌਰਾਨ ਵੱਡਾ ਘੱਲੂਘਾਰਾ ਵਾਪਰਿਆ। ਅੱਜ ਅਸੀਂ ਇਹ ਕਿਤਾਬ ਇੱਥੇ ਤੱਕ ਹੀ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।